ਸਤਿਨਾਮ ਸ੍ਰੀ ਵਾਹਿਗੁਰੂ ਜੀ। ਸ੍ਰੀ ਨਾਨਕ ਅੰਗਦ ਗੁਰੂ, ਅਮਰਦਾਸ ਪਦ ਬੰਦ, ਰਾਮਦਾਸ ਅਰਜਨ ਗੁਰੂ, ਬਰ ਸ਼੍ਰੀ ਹਰਗੋਬਿੰਦ। ਹਰੀ ਰਾਏ ਹਰ ਕ੍ਰਿਸ਼ਨ ਗੁਰੂ, ਤੇਗ ਬਹਾਦਰ ਚੰਦ, ਦਸਵੇਂ ਗੋਬਿੰਦ ਸਿੰਘ ਗੁਰੂ। ਨਮੋ ਚਰਨ ਅਰਵਿੰਦ, ਹਾਏ ਪ੍ਰਭ ਸਰਨਾਗਤੀ, ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ। ਏਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ। ਸਨਮਾਨਯੋਗ ਗੁਰੂ ਕੀ ਸਾਜੀ ਹੋਈ ਗੁਰੂ ਪਿਆਰੀ ਸਾਧ ਸੰਗਤ ਜੀ, ਵੱਡੇ ਭਾਗ ਹਨ ਸਾਡੇ ਜੋ ਕਿ ਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਜੀ ਤਿੰਨਾਂ ਦਾ ਲੜੀਵਾਰ ਇਤਿਹਾਸ ਸਰਵਣ ਕਰਨ ਦਾ ਸੁਭਾਗ ਭਰਿਆ ਸਮਾਂ ਮਾਲਕ ਜੀ ਨੇ ਸਾਨੂੰ ਬਖਸ਼ਿਆ ਹੈ। ਪਿਛਲੇ ਪ੍ਰਸੰਗ ਦੇ ਵਿੱਚ ਤੁਸੀਂ ਸਰਵਣ ਕੀਤਾ ਹੈ ਜਦੋਂ ਗੁਰੂ ਤੇਗ ਬਹਾਦਰ ਜੀ ਵਰੇ ਗੋਬਿੰਦਪੁਰੇ, ਗਾਗੇ, ਗਰਣੇ, ਮਕਰੋੜ ਤੇ ਤਮਧਾਨ ਇਹਨਾਂ ਪਿੰਡਾਂ ਵਿੱਚ ਮਹਾਰਾਜ ਜੀ ਜਾਂਦੇ ਨੇ। ਇੱਥੋਂ ਦੇ ਕੁਝ ਜਿਹੜੇ ਜ਼ਿਮੀਂਦਾਰ ਸਨ ਉਹਨਾਂ ਦੇ ਮਨ ਵਿੱਚ ਹੰਕਾਰ ਸੀ। ਬਾਅਦ ਵਿੱਚ ਉਹਨਾਂ ਨੂੰ ਅਹਿਸਾਸ ਹੋਇਆ, ਉਹਨਾਂ ਨੇ ਆ ਕੇ ਗੁਰੂ ਸਾਹਿਬ ਤੋਂ ਮਾਫ਼ੀ ਮੰਗੀ ਆ। ਗੁਰੂ ਜੀ ਨੇ ਫਿਰ ਉਹਨਾਂ ਦੀਆਂ ਕੀਤੀਆਂ ਗਲਤੀਆਂ ਨੂੰ ਮਾਫ਼ ਕੀਤਾ, ਭੁੱਲਿਆਂ ਨੂੰ ਰਾਹ ਪਾ ਦਿੱਤਾ ਤੇ ਅੱਗੇ ਤੋਂ ਅਜਿਹਾ ਨਾ ਕਰਨ ਲਈ ਪ੍ਰੇਰਿਆ। ਇੱਥੋਂ ਤੱਕ ਆਪ ਜੀ ਨੇ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕੀਤਾ ਸੀ। ਸੋ ਆਓ ਅੱਗੇ ਅਧਿਆਏ 42ਵਾਂ, ਜਿਸ ਦੇ ਵਿੱਚ ਗੁਰੂ ਮਹਾਰਾਜ ਦਾ ਇੱਕ ਸੇਵਕ ਇਸ 42ਵੇਂ ਅਧਿਆਏ ਦੇ ਵਿੱਚ ਜਿਸ ਨੇ ਬੜੀ ਕਾਲ ਕਮਾਈ ਕੀਤੀ ਆ, ਗੁਰੂ ਮਹਾਰਾਜ ਨਾਲ ਬੜਾ ਪਿਆਰ ਸੀ ਤੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਫਿਰ ਉਹਦੇ ਤੇ ਕੀ ਬਖਸ਼ਿਸ਼ ਕੀਤੀ, ਉਸ ਦਾ ਹੀ ਜ਼ਿਕਰ ਹੈ ਇਸ ਪ੍ਰਸੰਗ ਦੇ ਵਿੱਚ। ਸੋ ਆਓ ਮਨ ਨੂੰ ਕਰੀਏ ਇਕਾਗਰ, ਬਿਰਤੀਆਂ ਨੂੰ ਜੋੜੀਏ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਉਹਨਾਂ ਦਾ ਜੋ ਇਹ ਇਤਿਹਾਸ ਹੈ, ਇੱਕ ਮਨ ਇੱਕ ਚਿੱਤ ਹੋ ਕੇ ਪਿਆਰ ਦੇ ਨਾਲ ਸਰਵਣ ਕਰਨਾ ਕਰੀਏ ਜੀ। ਦੋਹੇਰਾ ਰਹੇ ਗ੍ਰਾਮ ਧਮ ਧਿਆਨ ਟੈਗ, ਨਿਤ ਅਖੀਰ ਬਿਰਤ ਜਾਏ।
ਕਵੀ ਸੰਤੋਖ ਸਿੰਘ ਜੀ ਆਰੰਭ ਦੇ ਵਿੱਚ ਫਰਮਾਉਂਦੇ ਨੇ ਇਸ ਪ੍ਰਸੰਗ ਦੇ ਕਿ ਜਦੋਂ ਗੁਰੂ ਮਹਾਰਾਜ ਜੀ ਧਮਧਾਨ ਪਿੰਡ ਦੇ ਨੇੜੇ ਰਹਿੰਦੇ ਸਨ ਨਾ, ਉੱਥੋਂ ਫਿਰ ਮਹਾਰਾਜ ਨੇ ਸੰਗਤਾਂ ਨਾਲ ਬੜਾ ਪ੍ਰੇਮ ਬਣਾ ਲਿਆ। ਬਹੁਤ ਸੰਗਤਾਂ ਗੁਰੂ ਜੀ ਕੋਲ ਚੱਲ ਕੇ ਆਉਂਦੀਆਂ ਹਨ। ਕਰਤ ਨਿਹਾਲ ਅਨੇਕ ਕੀ ਆਵੈ ਨਰ ਸਮੁਦਾਇ। ਅਨੇਕਾਂ ਲੋਕਾਂ ਨੂੰ ਗੁਰੂ ਮਹਾਰਾਜ ਨਿਹਾਲ ਕਰਦੇ ਨੇ। ਬਹੁਤ ਸੰਗਤਾਂ ਦੂਰੋਂ ਦੂਰੋਂ ਚੱਲ ਕੇ ਗੁਰੂ ਤੇਗ ਬਹਾਦਰ ਜੀ ਦੇ ਪਾਸ ਆਉਂਦੀਆਂ ਹਨ। ਚੌਪਈ ਮਾਤ ਨਾਨਕੀ ਸਾਹਤ ਰਹਿਤ ਹੈ। ਮਾਤਾ ਨਾਨਕੀ ਜੀ ਜੋ ਹਨ ਉਹ ਗੁਰੂ ਤੇਗ ਬਹਾਦਰ ਜੀ ਦੇ ਨਾਲ ਰਹਿੰਦੇ ਹਨ। ਸ੍ਰੀ ਗੁਜਰੀ ਨਿਜ ਨੁਖਾ ਸਹਿਤ ਹੈ। ਇਵੇਂ ਸ੍ਰੀ ਗੁਜਰੀ ਜੀ ਮਾਤਾ ਗੁਜਰ ਕੌਰ ਜੀ ਤੇ ਉਹ ਵੀ ਉਹਨਾਂ ਦੇ ਨਾਲ ਹੀ ਰਹਿੰਦੇ ਨੇ। ਉਹਨਾਂ ਦੇ ਜਿਹੜੇ ਨੂੰਹ ਨੇ ਭਾਵ ਕਵੀ ਜੀ ਕਹਿੰਦੇ ਉਹ ਮਾਤਾ ਨਾਨਕੀ ਜੀ ਦੇ ਨਾਲ ਹੀ ਰਹਿੰਦੇ ਹਨ। ਬਹੁਤ ਦਿਵਸ ਡੇਰਾ ਤੈ ਰਹਿਓ। ਧਮਧਾਨ ਪਿੰਡ ਦੇ ਵਿੱਚ ਇਸ ਤਰ੍ਹਾਂ ਗੁਰੂ ਮਹਾਰਾਜ ਨੇ ਬਹੁਤ ਦਿਨ ਆਪਣਾ ਡੇਰਾ ਰੱਖਿਆ ਹੈ। ਮੰਗਲ ਨਿਤ ਆਨੰਦ ਗੁਰ ਰਹਿਓ। ਗੁਰੂ ਤੇਗ ਬਹਾਦਰ ਜੀ ਇੱਥੇ ਰਹਿ ਕੇ ਫਿਰ ਸਦਾ ਹੀ ਆਨੰਦ ਮੰਗਲ ਕਰਦੇ ਨੇ। ਭਾਵ ਕਿ ਬਾਣੀ ਦਾ ਉਪਦੇਸ਼ ਸੰਗਤਾਂ ਨੂੰ ਰੱਬੀ ਪਿਆਰ ਦੇ ਨਾਲ ਆਪ ਜੀ ਨੇ ਪ੍ਰੇਮਾ ਭਗਤੀ ਦੇ ਨਾਲ ਜੋੜਨਾ ਕੀਤਾ ਹੈ ਜੀ। ਨੰਦ ਲਾਲ ਸੋਹਣੇ ਕੋ ਨੰਦ। ਜੋ ਭਾਈ ਨੰਦ ਲਾਲ ਜੀ ਸਨ ਤੇ ਉਹ ਸੋਹਣੇ ਦੇ ਪੁੱਤਰ ਸਨ। ਭਾਈ ਸੋਹਣੇ ਦੇ ਪੁੱਤਰ ਸਨ, ਉਹਨਾਂ ਦੇ ਨੰਦ ਸਨ। ਗੁਰ ਗ੍ਰਹਿ ਸੇਵ ਲਗਿਓ ਬਲੰਦ। ਉਹ ਹਰ ਸਮੇਂ ਗੁਰੂ ਮਹਾਰਾਜ ਦੀ ਗੁਰੂ ਤੇਗ ਬਹਾਦਰ ਦੀ ਸੇਵਾ ਵਿੱਚ ਲੱਗੇ ਰਹਿੰਦੇ ਸਨ ਜੀ। ਮੇਹਾ ਨਾਮ ਤਿਸੀ ਕੋ ਹੈ। ਉਸ ਦਾ ਜਿਹੜਾ ਛੋਟਾ ਨਾਮ ਸੀ ਉਹਨੂੰ ਮੇਹਾ ਕਰਕੇ ਆਖਿਆ ਗਿਆ ਹੈ। ਇਸ ਕਰਕੇ ਕਵੀ ਜੀ ਕਹਿੰਦੇ ਤੇ ਮੇਹਾ ਨਾਮ ਲੈ ਕੇ ਵੀ ਲੋਕ ਭਾਈ ਮੇਹਾ ਦੇ ਨਾਲ ਉਹਨੂੰ ਪੁਕਾਰਦੇ ਸਨ। ਸੇਵਾ ਅਦਕ ਸੇਵ ਤੋ ਰਹਿ। ਏਦਾਂ ਫਿਰ ਭਾਈ ਮੇਹਾ ਜੀ ਜਿਹੜੇ ਸਨ ਉਹ ਹਰ ਸਮੇਂ ਪਾਣੀ ਦੀ ਸੇਵਾ ਕਰਦੇ ਹੁੰਦੇ ਸੀ। ਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਜੀ ਦੇ ਕੋਲ ਰਹਿੰਦੇ, ਗੁਰੂ ਜੀ ਦੇ ਪਾਸ ਰਹਿ ਕੇ ਜਲ ਦੀ ਸੇਵਾ ਕਰਿਆ ਕਰਦੇ ਸਨ। ਤੈ ਜਲ ਹੋਤੋ ਦੂਰ ਤੇ ਲਿਆਵਣ। ਉਹਨਾਂ ਸਮਿਆਂ ਦੇ ਵਿੱਚ ਉਸ ਜਲ ਨੂੰ ਦੂਰ ਤੋਂ ਲਿਆਉਣਾ ਪੈਂਦਾ ਸੀ। ਤਾਂ ਇਹ ਸੇਵਾ ਜਿਹੜੀ ਭਾਈ ਮੇਹਾ ਜੀ ਸਨ ਉਹਨਾਂ ਦੇ ਹਿੱਸੇ ਵਿੱਚ ਆਈ ਹੈ। ਸਿਰ ਧਰ ਢੋਬਤ ਚਾਹੇ ਮਨ ਪਾਵਣ। ਪਵਿੱਤਰ ਮਨ ਸੀ ਭਾਈ ਮੇਹਾ ਜੀ ਦਾ ਤੇ ਉਹਨਾਂ ਕੀ ਕਰਨਾ, ਸਿਰ ਦੇ ਉੱਪਰ ਰੱਖ ਕੇ ਪਾਣੀ ਢੋਣਾ। ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਦਰਬਾਰ ਵਿੱਚ ਆ ਕੇ ਇਹਨਾਂ ਨੇ ਖੂਬ ਸੇਵਾ ਕਰਨੀ ਕੀਤੀ ਹੈ। ਭਗਤ ਭਾਉ ਮੈਂ ਰੰਗਿਓ ਮਨ ਕੋ। ਜਿਸ ਕਰਕੇ ਸੇਵਾ ਕਰਨ ਕਰਕੇ ਨਾ ਇਹਨਾਂ ਦਾ ਜਿਹੜਾ ਮਨ ਸੀ ਉਹ ਭਗਤੀ ਭਾਵਨਾ ਦੇ ਵਿੱਚ ਰੰਗਿਆ ਗਿਆ ਸੀ। ਨੈ ਸੁਖ ਠਾਨਤ ਹੈ ਕਬ ਤਨ ਕੋ। ਕਦੇ ਵੀ ਇਹਨਾਂ ਨੇ ਸਰੀਰ ਦਾ ਸੁੱਖ ਨਹੀਂ ਸੀ ਚਾਹਿਆ। ਭਾਵ ਕਿ ਜਿਹੜਾ ਸਰੀਰ ਦਾ ਮੋਹ ਹੁੰਦਾ ਹੈ ਉਹ ਨਾਸ ਹੋ ਗਿਆ, ਖਤਮ ਹੋ ਚੁੱਕਾ ਸੀ ਅੰਦਰੋਂ। ਹੁਣ ਸਰੀਰ ਦੇ ਨਾਲ ਇੰਨਾ ਜ਼ਿਆਦਾ ਪਿਆਰ ਨਹੀਂ ਰਿਹਾ ਜਿੰਨਾ ਆਮ ਮਨੁੱਖ ਦਾ ਹੁੰਦਾ। ਤਾਂ ਸੇਵਾ ਭਾਵਨਾ ਕਰਕੇ ਮਨ ਜਿਹੜਾ ਹੈ ਉਹ ਵਾਹਿਗੁਰੂ ਦੇ ਰੰਗ ਵਿੱਚ ਰੰਗਿਆ ਹੋਇਆ ਹੈ। ਪ੍ਰੇਮ ਵਿਖੈ ਸੇਵਤ ਸਤਿਗੁਰ ਕੋ। ਪ੍ਰੇਮ ਦੇ ਨਾਲ ਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਜੀ ਦੀ ਸੇਵਾ ਕਰਦੇ ਸੀ। ਲਾਗੀ ਲਗਨ ਇਸੀ ਬਿਦ ਔਰ ਕੋ। ਭਾਈ ਮੇਹਾ ਜੀ ਜਿਹੜਾ ਸਨ ਉਹਨਾਂ ਦੀ ਲਿਵ ਲੱਗੀ ਹੋਈ ਸੀ ਹਿਰਦੇ ਦੇ ਵਿੱਚੋਂ। ਅੰਦਰੋਂ ਗੁਰੂ ਨਾਨਕ ਦੇ ਘਰ ਨਾਲ ਪਿਆਰ ਬਣ ਚੁੱਕਾ ਸੀ। ਹੁਣ ਕਿਸ ਕੋ ਸਾਥ ਨਾ ਬੋਲੇ ਕਬ ਹੂੰ। ਕਦੇ ਵੀ ਜ਼ਿਆਦਾ ਕਿਸੇ ਨਾਲ ਗੱਲਬਾਤ ਨਹੀਂ ਸੀ ਕਰਦੇ, ਕਦੇ ਵੀ ਕਿਸੇ ਦੇ ਨਾਲ ਜ਼ਿਆਦਾ ਨਹੀਂ ਬੋਲਿਆ ਕਰਦੇ ਸਨ। ਜਿਤੋ ਖਰਚ ਜਲ ਅੰਨ ਸਭ ਹੂੰ। ਜਿੰਨਾ ਪਾਣੀ ਵੀ ਖਰਚ ਹੁੰਦਾ ਸੀ ਉਹ ਸਭ ਉਹੀ ਲਿਆਉਂਦੇ ਸੀ। ਇਸ ਤਰ੍ਹਾਂ ਫਿਰ ਭਾਵ ਕਿ ਵਾਧੂ ਨਹੀਂ,
ਜਿੰਨੇ ਪਾਣੀ ਦੀ ਲੋੜ ਹੋਣੀ ਓਨਾ ਹੀ ਮਹਾਰਾਜ ਦੇ ਦਰਬਾਰ ਵਿੱਚ ਲੈ ਕੇ ਆਉਂਦੇ ਸਨ ਆਪ ਜੀ। ਵਾਹਿਗੁਰੂ ਸਿਮਰਨ ਔਰ ਕਰਤਾ, ਦਿਲ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਿਆ ਕਰਦੇ ਸਨ। ਭਾਗ ਜਗੈ ਸਰਦਾ ਗੁਰ ਧਰਤਾ, ਭਾਈ ਮੀਹਾਂ ਜੀ ਦੇ ਭਾਗ ਜਾਗ ਪਏ। ਗੁਰੂ ਜੀ ਦੇ ਵਾਸਤੇ ਬੜੀ ਸ਼ਰਧਾ ਦਿਲ ਦੇ ਅੰਦਰ ਪ੍ਰਗਟ ਹੋਈ ਹੈ। ਜਦੋਂ ਖਾਨ ਪਾਨ ਕਿਸ ਸਹਿਜੇ ਮਿਲੈ, ਖਾਣ ਪੀਣ ਜਿਹੜਾ ਸੀ ਕੁਝ ਸਹਿਜੇ ਹੀ ਮਿਲਦਾ ਸੀ, ਭਾਵੇਂ ਬੜੇ ਸੰਕੋਚ ਕੇ ਭੋਜਨ ਛਕਿਆ ਕਰਦੇ ਸਨ ਆਪ ਜੀ। ਖਾਏ ਆਲ ਪਸੀਵੈ ਗੁਰ ਭਲੇ, ਇਸ ਤਰ੍ਹਾਂ ਭਲੀ ਪ੍ਰਕਾਰ ਗੁਰੂ ਮਹਾਰਾਜ ਦੀ ਸੇਵਾ ਕਰਦੇ, ਬਹੁਤ ਥੋੜਾ ਭੋਜਨ ਛਕਦੇ ਸਨ ਆਪ ਜੀ। ਭੋਜਨ ਕੇ ਸਵਾਦ ਨਹੀਂ ਧਰੈ, ਭੋਜਨ ਵਾਸਤੇ ਸਵਾਦ ਵੀ ਨਹੀਂ ਸੀ ਧਾਰਨ ਕਰਦੇ, ਬਸ ਇਸ ਕਰਕੇ ਜ਼ਿਆਦਾ ਨਹੀਂ ਸੀ ਇਹਨਾਂ ਰਸਾਂ ਦੇ ਅੱਗੇ ਲੱਗਦੇ। ਇਹ ਸਾਰੇ ਰਸ ਉਹਨਾਂ ਲਈ ਫਿੱਕੇ ਹੋ ਗਏ ਭਾਈ ਮੀਹਾਂ ਜੀ ਲਈ, ਇੰਨੀ ਉਹਨਾਂ ਨੇ ਸੇਵਾ ਕੀਤੀ ਹੈ। ਜਦੋਂ ਮਿਲੇ ਜਥਾ ਸੋ ਖੈਬੋ ਕਰੈ, ਜੋ ਵੀ ਮਿਲਦਾ ਸੀ ਨਾ ਤੇ ਉਹਨੂੰ ਪਿਆਰ ਦੇ ਨਾਲ ਲੈ ਕੇ ਗੁਰੂ ਦਾ ਹੁਕਮ ਮੰਨ ਕੇ ਛਕ ਲੈਂਦੇ ਸਨ। ਗਾਗਰ ਕੋ ਸਿਰ ਪਰ ਧਰ ਲਿਆਵੇ, ਉਹ ਗਾਗਰ ਨੂੰ ਸਿਰ ਤੇ ਰੱਖ ਕੇ ਲੈ ਕੇ ਆਉਂਦੇ ਸੀ, ਉਹਦੇ ਵਿੱਚ ਜਲ ਲੈ ਕੇ ਆਉਂਦੇ ਸੀ ਗੁਰੂ ਤੇਗ ਬਹਾਦਰ ਜੀ ਦੇ ਵਾਸਤੇ। ਦੇ ਕਰ ਤਿਸ ਕੋ ਔਰ ਲਿਜਾਵੇ, ਫਿਰ ਉਸ ਗਾਗਰ ਨੂੰ ਉੱਥੇ ਰੱਖ ਕੇ ਦੂਸਰੀ ਗਾਗਰ ਲੈਣ ਚਲੇ ਜਾਂਦੇ ਸਨ ਆਪ ਜੀ। ਜਲ ਕੀ ਟੋਟ ਨ ਹੋਣੇ ਪਾਵੇ, ਇਵੇਂ ਫਿਰ ਜਲ ਦੀ ਜਿਹੜੀ ਕਦੇ ਵੀ ਟੋਟ ਨਹੀਂ ਸੀ ਆਉਂਦੀ। ਭਾਈ ਮੀਹਾਂ ਜੀ ਨੇ ਇੰਨੀ ਸੇਵਾ ਕੀਤੀ ਆ ਕਿ ਜਿਹੜਾ ਜਲ ਹੈ ਉਹਦੀ ਕਦੇ ਵੀ ਟੋਟ ਨਹੀਂ ਆਉਣ ਦਿੱਤੀ ਹੈ। ਨਿਸ ਮੈਂ ਤਮ ਹੋਏ ਤਿਉ ਪਰ ਲਿਆਵੇ, ਰਾਤ ਸਮੇਂ ਜਦੋਂ ਹਨੇਰਾ ਹੁੰਦਾ ਸੀ ਨਾ ਤੇ ਉਦੋਂ ਵੀ ਭਾਈ ਮੀਹਾਂ ਜੀ ਪਾਣੀ ਭਰ ਕੇ ਲੈ ਆਉਂਦੇ ਹੁੰਦੇ ਸੀ। ਜਲ ਕੀ ਟੋਟ ਨ ਹੋਣੇ ਪਾਵੇ, ਇਸ ਸੇਵਾ ਮੈਂ ਭਾ ਅਵਲਾਖੀ। ਇੱਕ ਸੇਵਾ ਕਰਨ ਦੀ ਹੁਣ ਇੱਛਾ ਸੀ ਮਨ ਦੇ, ਅਪਰ ਨਹੀਂ ਕਿਸ ਬਿਦ ਕੋ ਕਾਂਖੀ। ਹੋਰ ਕਿਸੇ ਵਿਧੀ ਅਨੁਸਾਰ ਕੋਈ ਵਿਚਾਰ ਨਹੀਂ ਸੀ, ਬਸ ਸੇਵਾ ਦੀ ਭਾਵਨਾ ਅੰਦਰ ਹੋਈ ਹੈ ਪ੍ਰਗਟ। ਗਾਗਰ ਤੇ ਸੈਲ ਗਾ ਸੈਰ ਮਾਸ, ਹੁਣ ਜਦੋਂ ਗਾਗਰ ਇਦਾਂ ਚੁੱਕਦੇ ਗਏ ਦਿਨ ਰਾਤ, ਉਹਦੇ ਨਾਲ ਕੀ ਹੋਇਆ, ਇਹਨਾਂ ਦੇ ਜਿਹੜਾ ਸਿਰ ਦਾ ਮਾਸ ਸੀ ਨਾ ਤੇ ਉਹ ਛਿੱਲਿਆ ਗਿਆ ਸੇਵਾ ਕਰਕੇ। ਭਾਈ ਮੀਹਾਂ ਜੀ ਨੇ ਭਾਵ ਕਿ ਇੰਨੀ ਸੇਵਾ ਕੀਤੀ ਆ, ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਦਰਬਾਰ ਵਿੱਚ ਲੰਗਰਾਂ ਦੇ ਵਿੱਚ ਜਲ ਦੀ ਟੋਟ ਨਹੀਂ ਆਉਣ ਦਿੱਤੀ, ਪਰ ਮਾਸ ਜਿਹੜਾ ਸੀ ਸਿਰ ਦਾ ਉਹ ਛਿੱਲਿਆ ਗਿਆ, ਜ਼ਖਮ ਹੋ ਗਏ ਹਨ ਉਹਦੇ ਵਿੱਚ। ਦਿਨ ਪ੍ਰਾਤ ਬਦੇ ਭਇਓ ਚੌਪਾਸ, ਗਾਗਰ ਚੁੱਕਣ ਦੇ ਨਾਲ ਦਿਨ ਰਾਤ ਜਦੋਂ ਤੇ ਜ਼ਖਮ ਚਾਰੇ ਪਾਸੇ ਵੱਧਦਾ ਹੀ ਜਾਂਦਾ ਸੀ, ਉਹ ਜ਼ਖਮ ਬਹੁਤ ਵੱਡਾ ਹੋ ਚੁੱਕਾ ਸੀ। ਤਰੇ ਭਾਵ ਸਿਰ ਘਾਵ ਬਸਾਲਾ, ਪਰ ਅਜੇ ਭਾਵੇਂ ਸਿਰ ਦੇ ਵਿੱਚ ਜ਼ਖਮ ਹੋ ਗਿਆ ਸੀ, ਪਰ ਭਾਈ ਮੀਹਾਂ ਜੀ ਜਿਹੜੇ ਨੇ ਅਜੇ ਵੀ ਉਹ ਸਿਰ ਦੇ ਉੱਪਰ ਇਹ ਗਾਗਰ ਰੱਖਣੀ ਉਹਨਾਂ ਛੱਡੀ ਨਹੀਂ, ਇਦਾਂ ਹੀ ਪਾਣੀ ਢੋਂਦੇ ਰਹੇ ਗੁਰੂ ਘਰ ਦਾ। ਮੱਖ ਕਾ ਕੱਟਤ ਹੈ ਸਭ ਕਾਲਾ, ਹੁਣ ਮੱਖੀਆਂ ਜਿਹੜੀਆਂ ਸੀ ਉਹਦੇ ਉੱਪਰ ਆਉਣ ਲੱਗ ਗਈਆਂ, ਪਰੇਸ਼ਾਨ ਕਰਨ ਲੱਗ ਗਈਆਂ ਭਾਵ ਕਿ, ਪਰ ਇਹਨਾਂ ਨੇ ਫਿਰ ਵੀ ਇਹ ਜਲਦੀ ਸੇਵਾ ਕਰਨੀ ਨਹੀਂ ਛੱਡੀ ਹੈ। ਨਹੀਂ ਘਾਵ ਕੀ ਪੀਰ ਵਿਚਾਰੇ, ਜ਼ਖਮ ਦੀ ਪੀੜ ਬਾਰੇ ਭੋਰਾ ਵੀ ਵਿਚਾਰ ਨਹੀਂ ਕੀਤੀ ਹੈ ਇਹਨਾਂ ਨੇ ਭਾਈ ਮੀਹਾਂ ਜੀ ਨੇ। ਕਿਸੇ ਰੀਤ ਗਾਗਰ ਸਿਰ ਧਾਰੇ, ਪਹਿਲਾਂ ਦੀ ਰੀਤੀ ਅਨੁਸਾਰ ਹੀ ਉਹ ਗਾਗਰ ਜਿਹੜੀ ਆ ਸਿਰ ਤੇ ਰੱਖਦੇ ਸੀ ਆਪ ਜੀ। ਭਾਈ ਮੀਹਾਂ ਜੀ ਜਿਹੜੇ ਹਨ ਉਹ ਪਹਿਲਾਂ ਦੇ ਵਾਂਗ ਹੀ ਸਿਰ ਦੇ ਉੱਪਰ ਗਾਗਰ ਰੱਖਿਆ ਕਰਦੇ, ਭਾਵੇਂ ਸਿਰ ਦੇ ਵਿੱਚ ਜ਼ਖਮ ਬਹੁਤ ਵੱਡਾ ਹੋ ਚੁੱਕਾ ਸੀ। ਜਲ ਕੀ ਟੋਟ ਹੋਣ ਨਹੀਂ ਦੇ, ਪਰ ਗੁਰੂ ਕੇ ਲੰਗਰਾਂ ਦੇ ਵਿੱਚ ਵੀ ਤੇ ਗੁਰੂ ਮਹਾਰਾਜ ਦੇ ਪਾਸ ਇਹਨਾਂ ਨੇ ਜੋ ਜਲ ਦੀ ਟੋਟ ਨਹੀਂ ਸੀ ਆਉਣ ਦਿੱਤੀ। ਇਹਨਾਂ ਦੇ ਸਿਰ ਵਿੱਚ ਭਾਵੇਂ ਜ਼ਖਮ ਹੋ ਗਿਆ, ਪਰ ਪਾਣੀ ਢੋਣਾ ਇਹਨਾਂ ਨੇ ਛੱਡਿਆ ਨਹੀਂ ਹੈਗਾ। ਇਸ ਕਰਕੇ ਇੰਨੀ ਸੇਵਾ ਕੀਤੀ ਕਿ ਆਪਣੇ ਸਰੀਰ ਦਾ ਜਿਹੜਾ ਇੱਕ ਮੋਹ ਹੁੰਦਾ, ਵੀ ਸਰੀਰ ਨਾਲ ਪਿਆਰ ਹੁੰਦਾ ਹਰ ਬੰਦੇ ਦਾ, ਉਹ ਵੀ ਹੁਣ ਨਹੀਂ ਰਿਹਾ। ਰਾਮ ਰਤਨ ਤਬ ਪਾਈਐ ਜੋ ਪਹਿਲੇ ਤਜੈ ਸਰੀਰ,
ਇਸ ਕਰਕੇ ਫਿਰ ਆਪਣਾ ਸਰੀਰ ਨਾਲੋਂ ਇਹਨਾਂ ਨੇ ਜਿਹੜਾ ਇਹ ਮੋਹ ਸੀ ਉਹ ਤੋੜ ਦਿੱਤਾ ਹੈ। ਸਭ ਡੇਰੇ ਇਸ਼ਨਾਨ ਕਰੇ। ਉਹ ਗਾਗਰ ਲਿਆ ਕੇ ਪਾਣੀ ਭਰ ਭਰ ਕੇ ਸਾਰਾ ਜਿਹੜਾ ਮਹਾਰਾਜ ਦਾ ਦਰਬਾਰ ਸੀ ਉਹਨੂੰ ਇਸ਼ਨਾਨ ਕਰਵਾਉਂਦੇ ਸਨ ਆਪ ਜੀ। ਬਹੁਤ ਨਰਨ ਕੋ ਲੰਗਰ ਹੋਵੇ। ਬਹੁਤ ਮਨੁੱਖਾਂ ਲਈ ਲੰਗਰ ਉੱਥੇ ਵਰਤਾਇਆ ਜਾਂਦਾ ਸੀ ਗੁਰੂ ਤੇਗ ਬਹਾਦਰ ਜੀ ਦੇ ਦਰਬਾਰ ਵਿੱਚ। ਜਿਸ ਹਿਤ ਬਹੁਤ ਆਨ ਜਲ ਢੋਵੇ। ਇਹ ਭਾਈ ਮੀਹਾਂ ਜੀ ਬਹੁਤ ਜਲ ਢੋਂਦੇ ਸੀ ਉਹਨਾਂ ਵਾਸਤੇ ਵੀ ਕੋਈ ਰਾਹੀ ਪਾਂਧੀ ਪਿਆਸਾ ਨਾ ਮੁੜ ਜਾਵੇ, ਤਾਂ ਸਾਰਾ ਦਿਨ ਪਾਣੀ ਢੋਣ ਦਾ ਹੀ ਕਾਰਜ ਕਰਦੇ ਸਨ ਆਪ। ਸਭ ਪ੍ਰਕਾਰ ਚਾਹੀਏ ਪਾਣੀ। ਇਹਨਾਂ ਨੂੰ ਪਤਾ ਸੀ ਕਿ ਪਾਣੀ ਤੋਂ ਬਿਨਾ ਬੰਦੇ ਦੀ ਜ਼ਿੰਦਗੀ ਅਧੂਰੀ ਆ। ਗੁਰੂ ਕੇ ਲੰਗਰਾਂ ਲਈ ਪਾਣੀ ਜਲ ਚਾਹੀਦਾ। ਗੁਰੂ ਕੇ ਲੰਗਰਾਂ ਵਾਸਤੇ ਜਲ ਦੀ ਲੋੜ ਹੁੰਦੀ ਆ ਭਾਵ, ਤੇ ਗੁਰੂ ਕੇ ਡੇਰੇ ਨੂੰ ਧੋਣ ਵਾਸਤੇ ਇਸ਼ਨਾਨ ਕਰਨ ਵਾਸਤੇ ਵੀ ਜਲ ਦੀ ਲੋੜ ਹੁੰਦੀ ਆ। ਇਸ ਤਰ੍ਹਾਂ ਇਹਨਾਂ ਨੇ ਸਾਰੀਆਂ ਆਲਸਾਂ ਨੂੰ ਛੱਡ ਦਿੱਤਾ ਹੈ। ਬਿਨਾਂ ਆਲਸ ਜਲ ਸੇਵਾ ਠਾਨੀ। ਬੜੀ ਮਸ਼ੱਕਤ ਦੇ ਨਾਲ ਭਾਈ ਮੀਹਾਂ ਜੀ ਨੇ ਉਹਨਾਂ ਪੁਰਾਣੇ ਜ਼ਮਾਨਿਆਂ ਵਿੱਚ ਸਿਰ ਤੇ ਗਾਗਰਾਂ ਢੋ ਢੋ ਕੇ ਗੁਰੂ ਤੇਗ ਬਹਾਦਰ ਜੀ ਦੇ ਦਰਬਾਰ ਵਿੱਚ ਸੇਵਾ ਕਰਨੀ ਸ਼ੁਰੂ ਕੀਤੀ ਹੈ। ਜਦੋਂ ਜਦ ਕਾ ਦਿਵਸ ਬੀਤੇ ਇਸ ਭਾਂਤ। ਇਵੇਂ ਸੇਵਾ ਕਰਦਿਆਂ ਨੂੰ ਕਈ ਦਿਨ ਬੀਤ ਗਏ। ਜਦੋਂ ਗਾਗਰ ਚੁੱਕੀ ਰੱਖਣੀ ਸਿਰ ਦੇ ਉੱਪਰ ਤਾਂ ਜ਼ਖਮ ਹੋ ਗਿਆ। ਜ਼ਖਮ ਇੰਨਾ ਵੱਧ ਗਿਆ ਹੈ ਫਿਰ ਇੱਕ ਦਿਨ ਅਚਾਨਕ ਕੀ ਹੋਇਆ ਹੈ ਜੀ। ਪਰੇ ਕਰਮ ਤੈ ਕਟ ਕਟ ਖਾਤ। ਉਹ ਫਿਰ ਸਿਰ ਦੇ ਵਿੱਚ ਕੀੜੇ ਪੈ ਗਏ, ਉਹਦੇ ਵਿੱਚ ਸ਼ੁਰੂ ਹੋ ਗਏ, ਕਰਮ ਪੈਦਾ ਹੋ ਗਏ, ਕਿਉਂਕਿ ਇਹਨਾਂ ਨੇ ਉਹ ਜ਼ਖਮ ਦਾ ਇਲਾਜ ਨਹੀਂ ਕੀਤਾ। ਬਸ ਉੱਪਰ ਦੀ ਉਸ ਤਰ੍ਹਾਂ ਹੀ ਉਹ ਆਪਣਾ ਜੋ ਪਰਨਾ ਸੀ ਬੰਨ੍ਹ ਲੈਂਦੇ ਸੀ, ਤੇ ਉਹ ਕੀੜੇ ਜਿਹੜੇ ਸੀ ਕਰਮ ਸੀ ਹੁਣ ਮਾਸ ਨੂੰ ਕੱਟ ਕੱਟ ਕੇ ਖਾਇਆ ਕਰਦੇ ਹਨ। ਕਿਸ ਕੇ ਸੰਗ ਨ ਕਬਹੂ ਕਹਾ। ਭਾਈ ਮੀਹਾਂ ਜੀ ਨੇ ਕਦੇ ਵੀ ਕਿਸੇ ਨੂੰ ਨਹੀਂ ਆਖਿਆ ਕਿ ਮੇਰੇ ਸਿਰ ਦੇ ਅੰਦਰ ਇੱਕ ਜ਼ਖਮ ਆ ਤੇ ਉਹਦੇ ਵਿੱਚ ਇਹ ਕੁਝ ਹੈ ਜਾਂ ਮੈਨੂੰ ਇੰਨੀ ਪੀੜਾ ਹੁੰਦੀ ਆ। ਉਹਨਾਂ ਦਾ ਧਿਆਨ ਹੀ ਸਿਰਫ ਸੇਵਾ ਵਿੱਚ ਸੀ, ਗਾਗਰਾਂ ਢੋਣ ਦੇ ਵਿੱਚ, ਜਿਹਦੇ ਕਰਕੇ ਫਿਰ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ ਜਦੋਂ ਉਹਨਾਂ ਨੇ ਦੱਸਿਆ ਨਹੀਂ ਹੈ ਜੀ। ਪੂਛਨ ਕਰੇ ਕਸ਼ਟ ਕੋ ਸਹਿ। ਚੁੱਪ ਰਹਿ ਗਈ ਆ। ਜਿੰਨਾ ਵੀ ਦੁੱਖ ਆਇਆ ਪਿੰਡੇ ਤੇ ਸਰੀਰ ਤੇ ਸਿਰ ਦੇ ਵਿੱਚ ਵੱਡਾ ਜ਼ਖਮ ਸੀ ਉਹ ਸਾਰਾ ਬਰਦਾਸ਼ਤ ਕਰ ਲਿਆ, ਸਹਿ ਲਿਆ ਹੈ। ਜਲ ਢੋਵਤ ਸਿਰ ਚਾਂਦੀ ਪਰੀ। ਤੇ ਜਲ ਢੋਂਦਿਆਂ ਖੋਪਰੀ ਦੇ ਵਿਚਕਾਰ ਜਿਹੜਾ ਵਿਚਕਾਰਲਾ ਹਿੱਸਾ ਹੁੰਦਾ ਸਿਰ ਦਾ, ਤੇ ਉੱਥੇ ਲਾਗਾ ਲੱਗ ਗਿਆ ਹੈ। ਜ਼ਖਮ ਬਹੁਤ ਜ਼ਿਆਦਾ ਵੱਡਾ ਹੋ ਗਿਆ ਹੈ। ਜਦੋਂ ਮੈਂ ਸਰੀਰ ਕੀ ਸੁਧ ਕਮ ਕਰੀ। ਪਰ ਸਰੀਰ ਦੀ ਜਿਵੇਂ ਕਹਿੰਦੇ ਆ ਸੁੱਧ ਨਹੀਂ ਰਹੀ, ਇਸ ਕਰਕੇ ਤੇ ਕਿਉਂਕਿ ਸਾਰਾ ਧਿਆਨ ਗੁਰੂ ਦੀ ਸੇਵਾ ਵਿੱਚ ਲੱਗਿਆ ਹੋਇਆ ਹੈ ਤੇ ਸਰੀਰ ਦੀ ਭੋਰਾ ਵੀ ਇਹਨਾਂ ਨੂੰ ਖਬਰ ਨਹੀਂ ਹੁੰਦੀ ਹੈ। ਇੱਕ ਸੇਵਾ ਤੇ ਤਤਪਰ ਹੋਇਓ। ਸੇਵਾ ਲਈ ਅਜੇ ਵੀ ਤਿਆਰ ਬਰ ਤਿਆਰ ਰਹਿੰਦੇ ਨੇ, ਆਲਸ ਨਹੀਂ ਕਰਦੇ, ਭਾਵੇਂ ਸਿਰ ਦੇ ਵਿੱਚ ਵੱਡਾ ਜ਼ਖਮ ਹੋ ਚੁੱਕਾ ਹੈ। ਪੂਰਬ ਕੇ ਸਮ ਹੀ ਜਲ ਢੋਇਓ। ਪਹਿਲਾਂ ਵਾਂਗ ਹੀ ਪਾਣੀ ਢੋਈ ਜਾਂਦੇ ਨੇ ਭਾਈ ਮੀਹਾਂ ਜੀ, ਕੋਈ ਵੀ ਇਹਨਾਂ ਨੂੰ ਫਿਕਰ ਨਹੀਂ ਹੈ ਆਪਣੇ ਸਰੀਰ ਦੀ। ਕਟ ਕਟ ਕਰਮ ਖਾਤ ਹੈ ਮਾਸ। ਉਹ ਸਿਰ ਦੇ ਵਿੱਚ ਜਿਹੜੇ ਕਰਮ ਪੈਦਾ ਹੋ ਗਏ ਨੇ ਉਹ ਕੀੜੇ ਜਿਹੜੇ ਹੁੰਦੇ ਨੇ ਕੱਟ ਕੱਟ ਕੇ ਮਾਸ ਨੂੰ ਖਾਣਾ ਸ਼ੁਰੂ ਕਰ ਦਿੱਤਾ ਹੈ। ਉੱਪਰ ਭਾਰ ਰਹਿਤ ਹੈ ਰਾਸ। ਪਰ ਫਿਰ ਵੀ ਇਹਨਾਂ ਨੇ ਗਾਗਰ ਚੁੱਕਣੀ ਨਹੀਂ ਛੱਡੀ। ਉੱਪਰ ਭਾਰ ਬਹੁਤ ਚੁੱਕਿਆ ਹੈ ਸਿਰ ਦੇ ਉੱਪਰ ਆਪਣੇ। ਇੰਨੂ ਗਾਗਰ ਤਰੇ ਟਕਾਵਤ। ਉਹ ਜਿਹੜਾ ਬਿੰਨੂ ਹੁੰਦਾ ਹੈ ਉਹਨੂੰ ਗਾਗਰ ਦੇ ਥੱਲੇ ਟਿਕਾਉਂਦੇ ਸੀਗੇ ਤੇ ਭਾਈ ਮੀਹਾਂ ਜੀ ਫਿਰ ਉਹਦੇ ਉੱਪਰ ਫਿਰ ਗਾਗਰ ਰੱਖਿਆ ਕਰਦੇ ਸਨ। ਸੋ ਚੁਬ ਚੁਬ ਕਰ ਘਾਵ ਵਧਾਵਤ। ਉਹਨੇ ਫਿਰ ਕੀ ਕੀਤਾ, ਬਿੰਨੂ ਨੇ ਉੱਥੇ ਜਗ੍ਹਾ ਜਿਹੜੀ ਸੀ ਚੁੱਭ ਚੁੱਭ ਕੇ ਹੋਰ ਜ਼ਖਮ ਵਧਾ ਦਿੱਤਾ। ਜ਼ਖਮ ਪਹਿਲਾਂ ਹੀ ਬਹੁਤ ਜ਼ਿਆਦਾ ਸੀ, ਜਦੋਂ ਬਿੰਨੂ ਰੱਖਣਾ ਛੱਡਿਆ ਹੀ ਨਹੀਂ ਉੱਥੇ, ਉੱਪਰ ਉਹਦੇ ਗਾਗਰ ਆ ਜਾਣੀ। ਇਦਾਂ ਚੁੱਭ ਚੁੱਭ ਕੇ ਫਿਰ ਜ਼ਖਮ ਹੋਰ ਵੱਡਾ ਹੋਈ ਜਾਂਦਾ ਹੈ। ਵਧਿਓ ਰਹਿ ਇਨੂ ਸਿਰ ਨੈਤ। ਕਿ ਇੰਨਾ ਜ਼ਿਆਦਾ ਸੀ ਸੇਵਾ ਕਰਦੇ ਕਿ ਬਸ ਬਿੰਨੂ ਸਦਾ ਹੀ ਸਿਰ ਤੇ ਵੱਜਾ ਰਹਿੰਦਾ ਸੀ ਇਹਨਾਂ ਦੇ, ਕਿਉਂਕਿ ਗਾਗਰ ਸਦਾ ਹੀ ਢੋਂਦੇ ਸੀ ਨਾ ਗੁਰੂ ਮਹਾਰਾਜ ਦੇ ਲੰਗਰਾਂ ਵਾਸਤੇ ਜਾਣਾ ਆਉਣਾ। ਫਿਰ ਉਹ ਜ਼ਿਆਦਾ ਖੋਲਦੇ ਨਹੀਂ ਸੀਗੇ। ਬਿੰਨੂ ਪੱਕਾ ਹੀ ਇਹਨਾਂ ਨੇ ਇੱਕ ਤਰ੍ਹਾਂ ਦਾ ਭਾਈ ਮੀਹਾਂ ਜੀ ਨੇ ਬੰਨ੍ਹ ਲਿਆ ਆਪਣੇ ਸਿਰ ਦੇ ਉੱਪਰ। ਕਬ ਖੋਲੇ ਦ੍ਰਿੜ ਬੰਧਨ ਹੀਤ। ਇੱਕ ਦਿਨ ਸਿਰ ਤੇ ਜਬੈ ਉਤਾਰਿਓ, ਖੋਲ ਰਜੂ ਤੇ ਕਰ ਮੈਂ ਧਾਰਿਓ। ਫਿਰ ਕਦੇ ਕਦੇ ਚੰਗੀ ਤਰ੍ਹਾਂ ਬੰਨਣ ਵਾਸਤੇ ਖੋਲ ਵੀ ਲੈਂਦੇ ਸੀ ਦੁਬਾਰਾ,
ਜਦੋਂ ਭਾਵ ਕਿ ਥੋੜ੍ਹਾ ਜਿਹਾ ਵਿਗੜ ਜਾਣਾ, ਸਹੀ ਤਰੀਕੇ ਨਾਲ ਉਹਨੂੰ ਬੰਨ੍ਹਣ ਲਈ ਦੁਬਾਰਾ ਖੋਲ੍ਹ ਲੈਣਾ। ਇੱਕ ਦਿਨ ਕੀ ਹੋਇਆ, ਜਦੋਂ ਬਿੰਨੂ ਸਿਰ ਤੋਂ ਲਾਹਿਆ ਨਾ, ਤੇ ਸਿਰ ਤੋਂ ਖੋਲ ਕੇ ਹੱਥ ਵਿੱਚ ਜਦੋਂ ਫੜਿਆ ਹੈ, ਜਿਸ ਕੇ ਸੰਗ ਕਰਮ ਕੁਛ ਆਏ, ਉਹਦੇ ਨਾਲ ਕੁਝ ਕਰਮ ਆ ਗਏ, ਜਿਹੜੇ ਕੀੜੇ ਪਏ ਸੀ ਸਿਰ ਦੇ ਵਿੱਚ, ਕਰਮ ਸੀਗੇ ਨਾਲ ਹੀ ਆ ਗਏ ਨੇ। ਤੇ ਫਿਰ ਦੇਖਿਆ ਹੈ ਜਦੋਂ ਦੇਖਤ ਗਿਰੇ ਅਬਣੀ ਪਰ ਜਾਏ, ਉਹ ਧਰਤੀ ਤੇ ਡਿੱਗ ਪਏ, ਜ਼ਮੀਨ ਤੇ ਡਿੱਗ ਪਏ ਨੇ। ਦੇਖਿਆ ਜਾਣ ਕੇ ਕੀ ਹੋ ਗਿਆ, ਬੜੇ ਹੈਰਾਨ ਹੋਏ ਹਨ। ਮੇਹਾ ਕੀਣ ਸਿਰ ਦੇ ਵਿਚਾਰ, ਫਿਰ ਹਿਰਦੇ ਦੇ ਵਿੱਚ ਵਿਚਾਰ ਕੀਤੀ ਆ ਇਹ ਗੱਲ ਦੀ, ਸੋਚਣ ਲੱਗੇ ਕਿ ਕੀੜੇ ਥੱਲੇ ਡਿੱਗ ਪਏ ਨੇ ਜਿਹੜੇ ਸਿਰ ਦੇ ਉੱਪਰੋਂ ਉਤਰ ਗਏ ਹਨ। ਦੇ ਗਿਰੇ ਬਿਨਾ ਇਹਾਂ ਮਰ ਹੈ ਬਿਨ ਵਾਰ, ਕਹਿੰਦੇ ਸਿਰ ਦੇ ਵਿੱਚੋਂ ਡਿੱਗ ਪਏ ਤੇ ਮਰ ਜਾਣਗੇ, ਭਾਵ ਇਹਨਾਂ ਨੂੰ ਖੁਰਾਕ ਨਹੀਂ ਮਿਲੇਗੀ ਕੋਈ ਵੀ। ਇਹ ਮੇਰੇ ਸਿਰ ਦੇ ਵਿੱਚ ਸੀ, ਉੱਥੇ ਮਾਸ ਖਾਂਦੇ ਸੀ, ਇਹਨਾਂ ਨੂੰ ਭੋਜਨ ਮਿਲਦਾ ਸੀ। ਹੁਣ ਤਾਂ ਇਹ ਜਦੋਂ ਮੈਂ ਬਿੰਨੂ ਉਤਾਰਿਆ, ਉਹਦੇ ਨਾਲ ਉਤਰ ਕੇ ਜ਼ਮੀਨ ਤੇ ਡਿੱਗ ਪਏ। ਹੁਣ ਇਹਨਾਂ ਨੂੰ ਭੋਜਨ ਕਿੱਥੋਂ ਮਿਲੇਗਾ, ਇਹ ਉਹਨਾਂ ਨੇ ਸੋਚਿਆ ਹੈ ਜਦੋਂ। ਮਾਸ ਕਹਾਂ ਤੇ ਭਖੈ ਇਹੀ, ਕਹਿੰਦੇ ਹੁਣ ਮਾਸ ਕਿੱਥੋਂ ਖਾਣਗੇ, ਇਹਨਾਂ ਨੂੰ ਆਹਾਰ ਭੋਜਨ ਕਿੱਥੋਂ ਪ੍ਰਾਪਤ ਹੋਵੇਗਾ। ਮਾਰੇ ਤੁਰੰਤ ਪੈਰ ਜੋ ਧਰ ਦੇਹੇ, ਇਸ ਤਰ੍ਹਾਂ ਤਾਂ ਭੁੱਖੇ ਮਰ ਜਾਣਗੇ, ਜਾਂ ਕੋਈ ਪੈਰ ਇਹਨਾਂ ਦੇ ਉੱਪਰ ਧਰ ਜਾਵੇਗਾ, ਇਸ ਤਰ੍ਹਾਂ ਮਨ ਵਿੱਚ ਆਇਆ ਹੈ। ਇਨਕੇ ਜੀਵਨ ਕੇ ਰੋ ਪਾਏ, ਇਹਨਾਂ ਦੇ ਜੀਵਨ ਲਈ ਮੇਰੇ ਸਿਰ ਵਿੱਚ ਰਹਿਣਾ, ਇਹਨਾਂ ਦੀ ਜ਼ਿੰਦਗੀ ਤਾਂ ਹੀ ਬਚ ਸਕਦੀ ਹੈ ਜੇ ਮੇਰੇ ਸਿਰ ਵਿੱਚ ਰਹਿੰਦੇ ਨੇ ਤਾਂ। ਇਦਾਂ ਫਿਰ ਭਾਈ ਮੀਹਾਂ ਜੀ ਨੇ ਸੋਚਿਆ, ਉਹਨਾਂ ਕਰਮਾਂ ਦੇ ਸੰਬੰਧ ਵਿੱਚ ਵੀ ਸੋਚਿਆ ਹੈ। ਮਮ ਸਿਰ ਬਿਨਾ ਨ ਜਾਣੇ ਜਾਏ, ਕਹਿੰਦੇ ਮੇਰੇ ਸਿਰ ਤੋਂ ਬਗੈਰ ਹੋਰ ਕਿਹੜਾ ਟਿਕਾਣਾ ਹੋ ਸਕਦਾ, ਇਹਨਾਂ ਦਾ ਮੈਨੂੰ ਸਮਝ ਨਹੀਂ ਆ ਰਹੀ ਵੀ ਇਹਨਾਂ ਨੂੰ ਕਿੱਥੇ ਛੱਡ ਸਕਦੇ ਹਾਂ। ਹੋ ਤਿਆਰ ਲੈ ਲਈਏ ਉਠਾਏ, ਭਾਈ ਮੀਹਾਂ ਜੀ ਦੇ ਅੰਦਰ ਬੜੀ ਦਇਆ ਆ ਗਈ ਆ, ਤੇ ਦਇਆ ਧਾਰ ਕੇ ਥੱਲੇ ਡਿੱਗੇ ਹੋਏ ਕੀੜੇ ਹੱਥ ਨਾਲ ਚੱਕ ਲਏ ਹਨ। ਫਿਰ ਜਸ ਤੇ ਕਿਰੇ ਦੈ ਤਹ ਪਾਏ, ਸਿਰ ਦੇ ਵਿੱਚੋਂ ਜਿਹੜੇ ਕੀੜੇ ਡਿੱਗੇ ਸੀਗੇ ਉਹ ਕਰਮ ਉੱਥੇ ਹੀ ਰੱਖ ਦਿੱਤੇ ਨੇ, ਹੱਥ ਦੇ ਨਾਲ ਚੁੱਕ ਕੇ ਵਾਪਸ ਉਹਨਾਂ ਨੂੰ ਉੱਥੇ ਟਿਕਾ ਦਿੱਤਾ, ਉੱਥੇ ਹੀ ਪਾ ਦਿੱਤਾ ਹੈ। ਇਸ ਥਲ ਪਾਲਣਾ ਹੋਏ ਦੈਨ ਕੇਰਾ, ਕਹਿਣ ਲੱਗੇ ਇਸ ਥਾਈਂ ਇਹਨਾਂ ਦੀ ਪਾਲਣਾ ਹੋਵੇਗੀ ਨਾ, ਹੁਣ ਇਹਨਾਂ ਨੂੰ ਭੋਜਨ ਮਿਲ ਜਾਵੇਗਾ ਜੋ ਇਹ ਖਾਣਾ ਚਾਹੁੰਦੇ ਹਨ। ਭਖਿਆ ਨ ਕਰੇ ਮਾਸ ਸਿਰ ਮੇਰਾ, ਮੇਰੇ ਸਿਰ ਦਾ ਇਹ ਮਾਸ ਖਾਣਗੇ ਤੇ ਜਿਉਂਦੇ ਰਹਿਣਗੇ, ਤਾਂ ਉਹਨਾਂ ਨੂੰ ਆਪਦੇ ਟਿਕਾਣੇ ਤੇ ਮੁੜ ਛੱਡ ਦਿੱਤਾ ਹੈ। ਮਾਤ ਨਾਨਕੀ ਨੇ ਤਸ ਦੇਖਾ, ਉਸ ਵਕਤ ਗੁਰੂ ਤੇਗ ਬਹਾਦਰ ਜੀ ਦੇ ਮਾਤਾ ਜੀ, ਤਾਂ ਉਸ ਵਕਤ ਗੁਰੂ ਤੇਗ ਬਹਾਦਰ ਜੀ ਦੇ ਮਾਤਾ ਜੀ, ਮਾਤਾ ਨਾਨਕੀ ਜੀ ਨੇ ਵੇਖ ਲਿਆ ਇਹ ਜੋ ਸਭ ਕੁਝ ਹੋ ਰਿਹਾ ਸੀ ਨਾ, ਸਿਰ ਦੇ ਵਿੱਚੋਂ ਭਾਈ ਮੀਹਾਂ ਜੀ ਦਾ ਵੱਡਾ ਜ਼ਖਮ, ਉਹਦੇ ਵਿੱਚ ਪਏ ਹੋਏ ਕੀੜੇ ਕਰਮ ਆਦ, ਉਹਨਾਂ ਦਾ ਜ਼ਮੀਨ ਤੇ ਡਿੱਗਣਾ, ਉਹਨਾਂ ਨੂੰ ਸਿਰ ਦੇ ਵਿੱਚ ਫਿਰ ਰੱਖਣਾ। ਇਹ ਮਾਤਾ ਨਾਨਕੀ ਜੀ ਪਾਸੇ ਖੜੇ ਹੋਏ ਦੇਖ ਰਹੇ ਹਨ, ਪਰ ਇਹ ਗੱਲ ਪਤਾ ਨਹੀਂ ਲੱਗੀ ਭਾਈ ਮੀਹਾਂ ਜੀ ਨੂੰ। ਹਿਰਦੇ ਪਾਏ ਦਿਆ ਬਸੇਖਾ, ਤੇ ਫਿਰ ਮਾਤਾ ਜੀ ਸੋਚਣ ਲੱਗੇ ਇਹਨਾਂ ਨੂੰ ਸਮਝਾਉਣਾ ਬਣਦਾ। ਹਿਰਦੇ ਵਿੱਚ ਬੜੀ ਦਇਆ ਆਈ, ਬੜਾ ਤਰਸ ਆ ਗਿਆ ਹੈ। ਕਹਿਣ ਲੱਗੀ ਸੁਣ ਮੇਰੇ ਭਾਈ, ਕਹਿਣ ਲੱਗੇ ਮਾਤਾ ਜੀ, ਕਹਿਣ ਲੱਗੇ ਹੇ ਮੇਰੇ ਪਿਆਰੇ ਭਾਈ ਸਾਹਿਬ ਜੀ, ਸੁਣਨਾ ਕਰੋ ਆਪ ਜੀ। ਆਦਿਕ ਪ੍ਰੇਮ ਤੇ ਸੇਵਕ ਕਮਾਈ, ਤੁਸੀਂ ਨਾ ਬੜੇ ਪ੍ਰੇਮ ਦੇ ਨਾਲ ਸੇਵਾ ਕਮਾਈ ਹੈ ਜੀ, ਬੜਾ ਪ੍ਰੇਮ ਕੀਤਾ ਗੁਰੂ ਨਾਨਕ ਜੀ ਦੇ ਘਰ ਦੇ ਨਾਲ। ਸ੍ਰੀ ਗੁਰ ਕੇ ਗ੍ਰਹਿ ਕਾਲੀ ਕਾਲ, ਸ੍ਰੀ ਗੁਰੂ ਜੀ ਦੇ ਘਰ ਵਿੱਚ, ਇੱਥੇ ਗੁਰੂ ਤੇਗ ਬਹਾਦਰ ਜੀ ਦੇ ਦਰਬਾਰ ਵਿੱਚ ਵਿਸ਼ੇਸ਼ ਘਾਲਣਾ ਘਾਲੀ ਹੈ ਜੀ। ਹੋਏ ਕੇ ਪ੍ਰੇਮ ਤੇ ਹੋਏ ਕੈ ਕਸ਼ਟ ਕਸ਼ਟ ਵਿਹੀਨ ਨਿਹਾਲ, ਕਸ਼ਟ ਦੀ ਪਰਵਾਹ ਨਾ ਕਰਕੇ ਬੜੇ ਖੁਸ਼ ਹੋ ਕੇ ਸੇਵਾ ਕਰਨੀ ਕੀਤੀ ਹੈ। ਸਿਰ ਪਰ ਕੀਰੇ ਪਰੇ ਨ ਜਾਣੈ, ਸਿਰ ਦੇ ਉੱਪਰ ਸੇਵਾ ਕਰਦਿਆਂ ਗਾਗਰ ਢੋਂਦਿਆਂ ਕੀੜੇ ਵੀ ਪੈ ਗਏ ਨੇ, ਕਰਮ ਵੀ ਪੈ ਗਏ ਨੇ, ਉਹਨਾਂ ਨੂੰ ਵੀ ਕੁਝ ਨਹੀਂ ਜਾਣਿਆ ਹੈ। ਤਿਸੀ ਰੀਤ ਗੁਰ ਸੇਵਾ ਠਾਨੈ, ਬੜੇ ਪਿਆਰ ਦੇ ਨਾਲ, ਬੜੇ ਅੰਦਰੋਂ ਭਿੱਜ ਕੇ ਸੇਵਾ ਕੀਤੀ ਹੈ ਗੁਰੂ ਘਰ ਦੀ ਆਪ ਜੀ ਨੇ। ਮੇਰੀ ਸੁਣ ਕਰ ਕੀਨ ਸਬੰਤੇ, ਭਾਈ ਮੀਹਾਂ ਜੀ ਨੇ ਜਦੋਂ ਮਾਤਾ ਜੀ ਤੋਂ ਸੁਣਿਆ ਤੇ ਬੇਨਤੀ ਕੀਤੀ, ਕਹਿਣ ਲੱਗੇ ਹਾਂਜੀ ਨਿਜ ਸਰੀਰ ਕੀ ਮੋਹੇ ਨ ਗਣਤੇ, ਮੇਰਾ ਸਰੀਰ ਕਿਸੇ ਵੀ ਗਿਣਤੀਆਂ ਵਿੱਚ ਨਹੀਂ ਆਉਂਦਾ। ਬਹੁਤ ਸਰੀਰ ਆਉਂਦੇ ਨੇ ਤੇ ਚਲੇ ਜਾਂਦੇ ਇਸ ਦੁਨੀਆ ਤੋਂ।
ਹੋ ਜੀ। ਮੇਰੀ ਸੇਵਾ ਜੇ ਪਰਵਾਨਾ। ਇਸ ਕਰਕੇ ਮੇਰਾ ਜਿਹੜਾ ਸਰੀਰ ਆ ਇਹਦੀ ਮੈਨੂੰ ਫਿਕਰ ਨਹੀਂ, ਪਰ ਸੇਵਾ ਕਰਦਿਆਂ ਜੇ ਪ੍ਰਵਾਨ ਹੋ ਜੇ ਤਾਂ ਮੈਨੂੰ ਬੜਾ ਚਾਅ ਹੋਵੇਗਾ। ਇਨ ਕਰਮਨ ਕੋ ਹੋਏ ਕਲਿਆਣ। ਇਸ ਕਰਕੇ ਜੇ ਇਹ ਕਰਮ ਮੇਰੇ ਸਿਰ ਵਿੱਚ ਰਹਿ ਕੇ ਮਾਸ ਖਾ ਰਹੇ ਨੇ ਤਾਂ ਇਹਦੇ ਨਾਲ ਮੇਰਾ ਹੀ ਕਲਿਆਣ ਹੋਵੇਗਾ, ਇਹ ਕਰਮਾਂ ਦਾ ਵੀ ਕਲਿਆਣ ਹੋ ਜਾਵੇਗਾ। ਇਨ ਕੋ ਸੰਕਟ ਹੋਏ ਨ ਜੈਸੇ। ਇਹਨਾਂ ਨੂੰ ਭੁੱਖ ਲੱਗਦੀ ਹੈ, ਇਸ ਕਰਕੇ ਮੈਂ ਇਹਨਾਂ ਨੂੰ ਆਪਣੇ ਸਿਰ ਵਿੱਚ ਰੱਖ ਲਿਆ ਹੈ। ਇਹਨਾਂ ਨੂੰ ਕੋਈ ਸੰਕਟ ਨਹੀਂ ਹੋਣਾ ਬਣਦਾ ਹੈ ਜੀ। ਕਰਨਾ ਪਾਏ ਮਾਤ ਜੀ ਜੈ ਤੈਸੇ। ਇਹ ਮਾਤਾ ਜੀ ਤੁਸੀਂ ਉਸ ਤਰ੍ਹਾਂ ਦਾ ਕੋਈ ਉਪਾਅ ਕਰਦੇ ਹੋ ਜੀ। ਹੁਣ ਸਤਿਗੁਰ ਹੋਏ ਦਿਆਲ ਸੁਣ ਭਾਈ। ਤੇ ਮਾਤਾ ਜੀ ਕਹਿਣ ਲੱਗੇ ਭਾਈ ਮੀਹਾਂ ਜੀ ਨੂੰ ਕਿ ਜਿਹੜੀ ਤੁਸੀਂ ਇੰਨੀ ਸੇਵਾ ਕੀਤੀ ਆ, ਇਹ ਜਦੋਂ ਗੁਰੂ ਜੀ ਨੂੰ ਪਤਾ ਲੱਗੇਗਾ, ਗੁਰੂ ਤੇਗ ਬਹਾਦਰ ਜੀ ਨੂੰ, ਉਹ ਕਿੰਨੇ ਤੁਹਾਡੇ ਤੇ ਟੁੱਟੇ ਹੋਣਗੇ, ਕਿੰਨੇ ਪ੍ਰਸੰਨ ਹੋਣਗੇ ਆਪ ਜੀ ਤੇ। ਇਨ ਕੋ ਸੰਕਟ ਹੋਏ ਨ ਜੈਸੇ। ਇਸ ਕਰਕੇ ਦੇਹ ਸ਼ਕਲ ਬਿਦ ਕੀ ਵਡਿਆਈ, ਤੇ ਤੁਹਾਨੂੰ ਸਭ ਪ੍ਰਕਾਰ ਦੀ ਵਡਿਆਈ ਦੇਣਗੇ। ਇਮ ਸੁਣ ਲਗਿਓ ਸੇਵ ਕੋ ਜਾਏ, ਜਲ ਕੀ ਗਾਗਰ ਭਰ ਭਰ ਲਿਆਏ। ਇਹ ਸੁਣ ਕੇ ਕਿ ਤੁਸੀਂ ਸੇਵਾ ਦੇ ਵਿੱਚ ਲੱਗੇ ਰਹਿੰਦੇ ਹੋ, ਗੁਰੂ ਤੇਗ ਬਹਾਦਰ ਜੀ ਦੇ ਦਰਬਾਰ ਵਿੱਚ ਜਲ ਦੀਆਂ ਗਾਗਰਾਂ ਸਿਰ ਦੇ ਉੱਪਰ ਢੋਂਦੇ ਰਹਿੰਦੇ ਹੋ ਸਦਾ ਹੀ। ਜਬ ਸ੍ਰੀ ਤੇਗ ਬਹਾਦਰ ਚੰਦ। ਫਿਰ ਇੱਕ ਦਿਨ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੋ ਜਿਹੜੇ ਤਿਆਗ ਵਿਰਾਗ ਦੀ ਮੂਰਤੀ ਹਨ ਜੀ, ਬੈਠੇ ਮਾਤ ਨਿਗਟ ਸੁਖ ਕੰਦ। ਆਪਣੇ ਮਾਤਾ ਜੀ ਦੇ ਕੋਲ ਬੈਠੇ ਹੋਏ ਹਨ, ਮਾਤਾ ਨਾਨਕੀ ਜੀ ਦੇ ਪਾਸ। ਇਤਨੇ ਮੇ ਮੇਹਾ ਤੈ ਆਇਓ। ਇੰਨੇ ਦੇ ਵਿੱਚ ਭਾਈ ਮੀਹਾਂ ਜੀ ਆ ਗਏ ਉੱਥੇ ਚੱਲ ਕੇ, ਜਿਨ੍ਹਾਂ ਦੇ ਸਿਰ ਵਿੱਚ ਵੱਡਾ ਜ਼ਖਮ ਹੈ, ਉਹਦੇ ਵਿੱਚ ਕਰਮ ਪਏ ਹੋਏ ਨੇ, ਤੇ ਗੁਰੂ ਘਰ ਦੀਆਂ ਗਾਗਰਾਂ ਢੋ ਢੋ ਕੇ ਜ਼ਖਮ ਹੋਏ ਨੇ, ਤਾਂ ਉਹ ਵੀ ਉੱਥੇ ਆਏ ਹਨ ਚੱਲ ਕੇ ਜੀ। ਜਲ ਗਾਗਰ ਕੋ ਸੀਸ ਉਠਾਇਓ। ਤੇ ਰੋਜ਼ ਦੇ ਵਾਂਗ ਉਹਨਾਂ ਨੇ ਉਹ ਪਾਣੀ ਦੀ ਜਿਹੜੀ ਜਲ ਦੀ ਗਾਗਰ ਹੈ ਉਹ ਸਿਰ ਦੇ ਉੱਪਰ ਚੁੱਕਿਆ ਹੋਇਆ ਹੈ। ਦੇਖ ਨਾਨਕੀ ਮਾਤ ਬਖਾਨਾ। ਮਾਤਾ ਨਾਨਕੀ ਜੀ ਨੇ ਭਾਈ ਮੀਹਾਂ ਜੀ ਵੱਲ ਤੱਕਿਆ ਤੇ ਕਹਿਣ ਲੱਗੇ, ਏ ਸੁਤ ਇਸ ਕੀ ਸੇਵ ਮਹਾਨਾ। ਕਹਿਣ ਲੱਗੇ ਹੈ ਪੁੱਤਰ ਜੀ, ਇਹਨਾਂ ਨੇ ਤਾਂ ਬੜੀ ਸੇਵਾ ਕੀਤੀ, ਬੜੀ ਮਹਾਨ ਸੇਵਾ ਹੈ ਭਾਈ ਮੀਹਾਂ ਜੀ ਦੀ। ਹੀਰ ਕਾਲ ਮੈਂ ਅਚਰਜ ਹੋਈ। ਕਹਿਣ ਲੱਗੇ ਕੱਲ ਮੈਂ ਹੈਰਾਨ ਹੋ ਕੇ ਬੜਾ ਤੱਕਦੀ ਰਹੀ ਹਾਂ। ਮਾਤਾ ਨਾਨਕੀ ਜੀ ਨੇ ਆਖਿਆ ਜੋ ਉਹਨਾਂ ਦੇਖਿਆ ਸੀ ਨਾ, ਤੇ ਸਭ ਕੁਝ ਗੁਰੂ ਤੇਗ ਬਹਾਦਰ ਜੀ ਨੂੰ ਦੱਸਦੇ ਹਨ ਜੋ ਅੱਖਾਂ ਨਾਲ ਦੇਖਿਆ ਹੈ। ਕਰਿਓ ਕਾਬ ਇਨੂੰ ਸਿਰ ਜੋਈ। ਕਹਿਣ ਲੱਗੇ ਪੁੱਤਰ ਜੀ ਜਿਹੜਾ ਇਹਨਾਂ ਨੇ ਸਿਰ ਦੇ ਉੱਪਰ ਇਹ ਇਹਨੂੰ ਜਿਹੜਾ ਬਿੰਨੂ ਆਪਾਂ ਕਹਿੰਦੇ ਬੰਨਿਆ ਹੋਇਆ ਹੈ ਜੀ, ਮੁਖ ਦੇਖਤ ਜੋ ਜਬੈ ਉਤਾਰਾ। ਉਹਦੇ ਥੱਲੇ ਦੇਖੋ ਮਹਾਰਾਜ ਪੁੱਤਰ ਜੀ ਬਹੁਤ ਵੱਡਾ ਜ਼ਖਮ ਹੋਇਆ ਇਹਨਾਂ ਦੇ ਸਿਰ ਦੇ ਉੱਪਰ, ਤੇ ਪਾਣੀ ਦੀਆਂ ਜਿਹੜੀਆਂ ਜਲ ਦੀਆਂ ਗਾਗਰਾਂ ਢੋਂਦੇ ਹਨ ਇਹ। ਪਰੇ ਕਰਮ ਸਿਰ ਘਾਵ ਮੁਜਾਰਾ। ਜਦੋਂ ਕੱਲ ਇਹਨਾਂ ਨੇ ਬਿੰਨੂ ਉਤਾਰਿਆ ਨਾ, ਤੇ ਉਦੋਂ ਦੇ ਵਿੱਚੋਂ ਕਰਮ ਮੈਂ ਦੇਖੇ ਨੇ, ਜ਼ਖਮ ਵਿੱਚ ਕੀੜੇ ਪਏ ਨੇ, ਇਹ ਮੈਂ ਤੱਕੇ ਹਨ ਪੁੱਤਰ ਜੀ। ਕੁਛ ਕਤਬੈ ਅਵਣੀ ਪਰ ਗਿਰੈ। ਇਸ ਤਰ੍ਹਾਂ ਕੁਝ ਉਹਨਾਂ ਵਿੱਚੋਂ ਜ਼ਮੀਨ ਤੇ ਜਦੋਂ ਕਰਮ ਡਿੱਗ ਪਏ ਨਾ, ਤਾਂ ਉਸ ਵਕਤ ਕੀ ਮੈਂ ਹੋਇਆ ਮੈਂ ਤੱਕਿਆ ਅੱਖਾਂ ਦੇ ਨਾਲ। ਇਹਨੋ ਚਾਹੇ ਜੋ ਸਿਰ ਪਰ ਧਰੇ। ਇਸ ਭਾਈ ਮੀਹਾਂ ਜੀ ਨੇ ਕੀ ਕੀਤਾ, ਉਹ ਕੀੜੇ ਜਿਹੜੇ ਕਰਮ ਚੁੱਕ ਕੇ ਆਪਣੇ ਸਿਰ ਦੇ ਵਿੱਚ ਦੁਆਰਾ ਰੱਖ ਲਏ ਹਨ। ਅਬਿਸ ਨੇ ਬਹੁ ਕਾਲੀ ਕਾਲ। ਇਸ ਕਰਕੇ ਇਹਨਾਂ ਨੇ ਫਿਰ ਉਹ ਬੰਨ ਕੇ ਤੇ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਪਰ ਰਹਿਓ ਆਪ ਕੋ ਸੰਗ ਬਸਾਲ। ਬਹੁਤ ਚਿਰ ਹੋ ਗਿਆ ਮਹਾਰਾਜ ਇਹਨਾਂ ਨੂੰ ਆਪ ਜੀ ਦੇ ਸੰਗ ਰਹਿੰਦਿਆਂ ਹੋਇਆਂ। ਪੁੱਤਰ ਜੀ ਬਹੁਤ ਸਮੇਂ ਤੋਂ ਜਲ ਢੋ ਰਹੇ ਆ, ਸੇਵਾ ਕਰ ਰਹੇ ਹਨ ਇਹ। ਕਬੂ ਇਸ ਕੋ ਨਹੀਂ ਜਣਾਈ। ਕਦੇ ਵੀ ਕਿਸੇ ਨੂੰ ਇਹਨਾਂ ਨੇ ਜਿਤਾਇਆ ਨਹੀਂ ਕਿ ਮੈਂ ਸੇਵਾ ਕਰਦਾ ਹਾਂ, ਕਦੇ ਵੀ ਇਹ ਗੱਲ ਆਪਣੇ ਮੁਖ ਤੋਂ ਨਹੀਂ ਆਖੀ ਹੈ। ਦੂਸਨ ਧਰੇ ਸੇਵ ਕਮਾਈ। ਚੁੱਪ ਕਰਕੇ ਬਿਲਕੁਲ ਸ਼ਾਂਤ ਹੋ ਕੇ ਭਾਈ ਮੀਹਾਂ ਜੀ ਸੇਵਾ ਕਮਾ ਰਹੇ ਹਨ ਜੀ। ਖਾਨ ਪਾਨ ਕੋ ਸਵਾਦ ਨ ਲੀਨਾ। ਖਾਣ ਪੀਣ ਦੇ ਵਿੱਚ ਵੀ ਕੋਈ ਜ਼ਿਆਦਾ ਰਸ ਨਹੀਂ ਦਿਖਾਇਆ
ਗਿਆ। ਜੋ ਇਹਨਾਂ ਨੂੰ ਗੁਰੂ ਕੇ ਲੰਗਰਾਂ ਵਿੱਚੋਂ ਮਿਲਦਾ ਚੁੱਪ ਕਰਕੇ ਛਕ ਲੈਂਦੇ ਹਨ। ਨਿਸਤਨ ਪ੍ਰੇਮ ਸੇਵਕੋ ਕੀਨਾ, ਦਿਨੇ ਤੇ ਰਾਤ ਪ੍ਰੇਮ ਦੇ ਵਿੱਚ ਭਿੱਜੇ ਰਹਿੰਦੇ ਨੇ ਸਦਾ ਹੀ, ਤੇ ਭਾਈ ਮੀਹਾਂ ਜੀ ਪੁੱਤਰ ਜੀ ਸੇਵਾ ਕਰਦੇ ਹਨ ਇਸ ਤਰ੍ਹਾਂ। ਅਬ ਕਰਪਾਲ ਹੈਬ ਕਰੋ ਨਿਹਾਲ, ਮਾਤਾ ਨਾਨਕੀ ਜੀ ਕਹਿਣ ਲੱਗੇ ਪੁੱਤਰ ਜੀ ਹੁਣ ਕਿਰਪਾਲੂ ਹੋ ਜੋ, ਇਹਨਾਂ ਨੂੰ ਨਿਹਾਲ ਕਰ ਦੋ, ਇਹਨਾਂ ਦੀ ਸੇਵਾ ਬਹੁਤ ਇਹਨਾਂ ਨੇ ਘਾਲ ਕਮਾਈ ਹੈ ਜੀ। ਜੋ ਬਾਸਤ ਸੋ ਦਿਓ ਬਸਾਲ, ਜੋ ਇਹ ਚਾਹੁੰਦੇ ਨੇ ਨਾ ਇਹਨਾਂ ਨੂੰ ਬਖਸ਼ ਦੇਵੋ ਪੁੱਤਰ ਜੀ, ਕਿਰਪਾ ਕਰੋ ਆਪਣੇ ਸੇਵਾਦਾਰ ਦੇ ਉੱਪਰ। ਮਾਤਾ ਨਾਨਕੀ ਤੇ ਸੁਣ ਬੈਨ, ਜਦੋਂ ਮਾਤਾ ਨਾਨਕੀ ਜੀ ਨੇ ਫਿਰ ਇਹ ਸਾਰੀਆਂ ਗੱਲਾਂ ਸੁਣਾਈਆਂ ਨਾ, ਜਿਵੇਂ ਜਿਵੇਂ ਉਹਨਾਂ ਤੱਕੀਆਂ ਸੀ ਭਾਈ ਮੀਹਾਂ ਜੀ ਦੀ ਜਿਹੜੀ ਸੇਵਾ ਆਪ ਗਵਾ ਕੇ ਕੀਤੀ ਆ, ਤਾਂ ਉਹ ਸਾਰੀ ਜਿਹੜੀ ਅੱਖਾਂ ਨਾਲ ਵੇਖਿਆ ਹਾਲ ਦੱਸਿਆ ਮਹਾਰਾਜ ਨੂੰ। ਕਰਨਾ ਭਰੇ ਰਸੀਲੇ ਨੈਣ, ਗੁਰੂ ਤੇਗ ਬਹਾਦਰ ਮਹਾਰਾਜ ਦੇ ਜਿਹੜੇ ਰਸੀਲੇ ਨੈਣ ਨੇ ਨਾ, ਉਹ ਕਿਰਪਾ ਦੇ ਨਾਲ ਭਰ ਗਏ ਵੀ ਇੰਨੀ ਜ਼ਿਆਦਾ ਸੇਵਾ ਕੀਤੀ ਹੈ ਇਹਨਾਂ ਨੇ। ਅਬ ਲੋਕਤ ਸੋ ਲੀਨ ਬੁਲਾਏ, ਬੜੇ ਪਿਆਰ ਦੇ ਨਾਲ ਭਾਈ ਮੀਹਾਂ ਜੀ ਨੂੰ ਕੋਲ ਬੁਲਾਇਆ ਹੈ ਆਪਣੇ। ਜਾਣੀ ਸੇਵ ਮਹਾ ਸਫਲਾਏ, ਉਹਨਾਂ ਦੀ ਜਿਹੜੀ ਸੇਵਾ ਸੀ ਕੀਤੀ ਹੋਈ ਮਹਾਨ ਜਾਣੀ ਆ, ਸਫਲ ਜਾਣੀ ਕਿ ਸਫਲ ਹੋ ਗਈ ਹੈ ਇਹਨਾਂ ਦੀ ਸੇਵਾ। ਪੂਰਬ ਯੁਗ ਮੇ ਜਾਇਓ ਤਪ ਘਲ, ਪਿਛਲੇ ਯੁੱਗ ਦੇ ਵਿੱਚ ਜਿਵੇਂ ਤਪ ਦੀ ਕਮਾਈ ਕਰਦੇ ਹਨ ਨਾ ਜਿਹੜੇ ਯੋਗ ਸਾਧੂ, ਇਸ ਤਰ੍ਹਾਂ ਹੀ ਇਹਨਾਂ ਦਾ ਜਿਹੜਾ ਜੀਵਨ ਸੀ। ਅਨਕ ਪਾਥ ਜੈ ਕਸ਼ਟ ਬਸਾਲੇ, ਅਨੇਕਾਂ ਪ੍ਰਕਾਰ ਦੇ ਨਾਲ ਇਹਨਾਂ ਨੇ ਕਸ਼ਟ ਪਾਇਆ। ਪਿਛਲੇ ਯੁੱਗਾਂ ਦੇ ਵਿੱਚ ਜਨਮ ਦੇ ਵਿੱਚ ਵੀ ਇਹਨਾਂ ਬੜੀ ਬੰਦਗੀ ਕੀਤੀ ਹੈ। ਹੈਮਰਤ ਮੈਂ ਵੱਡ ਜਲ ਮੈਂ ਪੈਂਠਾ, ਸਰਦੀ ਦੀ ਰੁੱਤ ਵਿੱਚ ਜਲ ਦੇ ਵਿੱਚ ਜਾ ਕੇ ਬਹਿ ਜਾਣਾ ਨਦੀ ਦੇ, ਐਸੀ ਘਾਲ ਕਮਾਈ ਪਿਛਲੇ ਜਨਮਾਂ ਦੀ ਵੀ ਇਹਨਾਂ ਦੀ ਵਿੱਚ ਹੀ ਸ਼ਾਮਲ ਹੋ ਗਈ ਹੈ। ਗਿਰੀ ਖਮ ਪੰਚ ਗਾਨ ਵਿੱਚ ਬੈਠੇ, ਤੇ ਗਰਮੀ ਵਿੱਚ ਆ ਕੇ, ਗਰਮੀ ਵਿੱਚ ਅਗਨੀ ਵਿੱਚ ਬਹਿ ਕੇ ਪੰਚਾ ਤਪ ਕਰਨਾ, ਇਹ ਵੀ ਇਹਨਾਂ ਦੇ ਹਿੱਸੇ ਆਉਂਦਾ ਰਿਹਾ ਹੈ। ਫਲ ਕੋ ਖਾਏ ਸਥੰਡਲ ਜਾਏ, ਇਸ ਤਰ੍ਹਾਂ ਫਿਰ ਇਹਨਾਂ ਨੇ ਆਪਣੇ 4 ਅੱਗ ਦੀਆਂ ਧੂਣੀਆਂ ਤੇ 5ਵਾਂ ਸੂਰਜ, ਇਹਨਾਂ ਪੰਜਾਂ ਨਾਲ ਸਰੀਰ ਨੂੰ ਤਪਾਉਣ ਦੀ ਜਿਹੜੀ ਕਿਰਿਆ ਉਹ ਵੀ ਕੀਤੀ ਆ। ਵਾਰੀ-ਵਾਰੀ ਇਹ ਸਾਰੇ ਪਿਛਲੇ ਕਰਮ ਜਿਹੜੇ ਸਨ ਉਹ ਵੀ ਨਾਲ ਆ ਜੁੜੇ ਹਨ ਇਹਨਾਂ ਦੇ। ਬਾਦ ਔਰਦ ਕਹਿ ਨਜਰ ਲਟਕਾਈ, ਤੇ ਕੰਦ ਮੂਲ ਖਾਣਾ ਤੇ ਪੁੱਠੇ ਲਟਕ ਕੇ ਭਗਤੀ ਕਰਨੀ, ਇਹ ਵੀ ਪਿਛਲੇ ਯੁੱਗਾਂ ਦੀ ਇਹਨਾਂ ਦੀ ਭਾਈ ਮੀਹਾਂ ਜੀ ਦੀ ਉਹ ਬੰਦਗੀ ਵੀ ਹੁਣ ਇੱਥੇ ਜੁੜ ਗਈ ਇਸ ਜਨਮ ਦੇ ਵਿੱਚ। ਪਰੰਤੂ ਆਹਾਰੀ ਵਰਤ ਕੋ ਸਾਧੈ, ਪੱਤੇ ਖਾ ਕੇ ਗੁਜ਼ਾਰਾ ਕਰਨਾ, ਇਸ ਤਰ੍ਹਾਂ ਕੰਦ ਮੂਲ ਚੁੱਕ ਕੇ ਖਾਣਾ, ਇਹ ਵੀ ਇਹਨਾਂ ਨੇ ਕੀਤਾ ਜਿਵੇਂ ਜੋਗੀ ਲੋਕ ਕਰਦੇ ਹਨ। ਮਨ ਮੈਂ ਬਸੀ ਇਕੰਤਾ ਰਾਧੇ, ਜਿਵੇਂ ਜੰਗਲ ਵਿੱਚ ਰਹਿ ਕੇ ਉਹ ਪ੍ਰਭੂ ਦੀ ਆਰਾਧਨਾ ਕਰਦੇ ਨੇ ਜਿਹੜੇ ਜੋਗੀ ਲੋਕ ਹੁੰਦੇ ਹਨ, ਸਿੱਧ ਲੋਕ ਹੁੰਦੇ ਹਨ ਜੀ। ਪਦਮਾਸਨ ਕਰ ਜੋਗ ਕਰੰਤੇ, ਪਦਮਾਸਨ ਲਾ ਕੇ ਯੋਗ ਕਿਰਿਆ ਕਰਦੇ ਹਨ, ਇਸ ਤਰ੍ਹਾਂ ਵੀ ਇਹਨਾਂ ਕੀਤਾ ਹੈ ਮਾਤਾ ਜੀ। ਕੇਤਕ ਗਣੀਏ ਤਪ ਜੋ ਤਪੰਤ, ਕਿੱਥੋਂ ਤੱਕ ਗਿਣੀਏ ਕਿਸ ਤਰ੍ਹਾਂ ਇਹਨਾਂ ਨੇ ਤਪ ਕੀਤਾ, ਤਾਂ ਸਾਰੀਆਂ ਬਹੁਤ ਜਨਮ ਵਿਸਰੇ ਥੇ ਮਾਧੋ, ਇਹ ਜਨਮ ਤੋਂ ਮਾਰੇ ਲੇਖੇ, ਤਾਂ ਉਹ ਵਾਲੀ ਜਿਹੜੀ ਬੰਦਗੀ ਇੱਥੇ ਆ ਕੇ ਇਕੱਠੀ ਹੋ ਗਈ ਹੈ ਹੁਣ। ਤਪੀਅਨ ਕੋ ਤਪ ਦੇਖ ਵਸਾਲਾ, ਇਵੇਂ ਜਿਹੜੇ ਤਪਸਵੀ ਲੋਕ ਹੁੰਦੇ ਨੇ ਉਹਨਾਂ ਦੇ ਉੱਪਰ ਦੇਵਤੇ ਜਿਹੜੇ ਹੁੰਦੇ ਨੇ ਉਹ ਵੀ ਕਿਰਪਾਲੂ ਹੋ ਜਾਂਦੇ ਹਨ। ਨਰਮਾਦਿਵ ਕਸੁਰ ਹੋਏ ਕਰ ਪਾਲਾ, ਇਵੇਂ ਫਿਰ ਇਹ ਜਿਹੜੇ ਤਪਸਵੀ ਹੁੰਦੇ ਨੇ ਉਹ ਮੂੰਹੋਂ ਮੰਗੀਆਂ ਮਰਾਦਾਂ ਪਾਉਣ ਲਈ ਆਪਣੇ ਸਰੀਰ ਨੂੰ ਕਸ਼ਟ ਦਿਆ ਕਰਦੇ ਹਨ। ਆਨ ਦੇਤ ਮਨ ਬਾਸਤ ਤਾਹੀ, ਤੇ ਉਹ ਜਿਹੜੇ ਦੇਵਤੇ ਨੇ ਇਹਨਾਂ ਨੂੰ ਫਿਰ ਵਰ ਵੀ ਦੇ ਦਿੰਦੇ ਨੇ, ਅਸੀਸਾਂ ਵੀ ਬਖਸ਼ਿਸ਼ਾਂ ਵੀ ਕਰ ਦਿੰਦੇ ਹਨ ਜੀ। ਆਪਣਾ ਸਰਬ ਸੁਖ ਕੈਵਲ ਨਾਹੀ, ਪਰ ਉਹ ਜਿਹੜੀ ਜਨਮ ਮਰਨ ਤੋਂ ਮੁਕਤੀ ਆ ਉਹ ਨਹੀਂ ਉਹ ਦੇ ਸਕਦੇ, ਜਿਹਦੇ ਕਰਕੇ ਇਹੋ ਜਿਹੀਆਂ ਰੂਹਾਂ ਫਿਰ ਸੰਸਾਰ ਵਿੱਚ ਆਉਂਦੀਆਂ ਰਹਿੰਦੀਆਂ ਹਨ। ਸੋ ਤਪ ਦੁਸਤਰ ਹੈਵ ਕਲਿਕਾਲ, ਤੇ ਕਲਯੁਗ ਦੇ ਵਿੱਚ ਅਜਿਹਾ ਤਪ ਕਰਨਾ ਬਹੁਤ ਜ਼ਿਆਦਾ ਕਠਿਨ ਹੋ ਜਾਂਦਾ ਹੈ। ਤਾਂ ਇਹੋ ਜਿਹੀਆਂ ਰੂਹਾਂ ਨੂੰ ਤਮੰਨਾ ਹੁੰਦੀ ਆ ਕਿ ਜਨਮ ਤੇ ਮਰਨ ਤੋਂ ਮੁਕਤ ਹੋ ਜਾਈਏ ਅਸੀਂ। ਹੋਤ ਨਹੀਂ ਹਟ ਕਰੇ ਵਸਾਲ, ਇਸ ਕਰਕੇ ਗੁਰੂ ਤੋਂ ਬਿਨਾ, ਪ੍ਰਮਾਤਮਾ ਦੀ ਕਿਰਪਾ ਤੋਂ ਬਿਨਾ ਇਹ ਹੱਠ ਜਿਹੜਾ ਹੈ ਉਹ ਪ੍ਰਾਪਤ ਨਹੀਂ ਹੁੰਦਾ। ਇਹ ਦਾਤ ਵਿਰਲਿਆਂ ਨੂੰ ਮਿਲਦੀ ਹੁੰਦੀ ਹੈ। ਕਸ਼ਟ ਸਹਨ ਕੀ ਸਖਤ ਨ ਰਹੇ, ਤੇ ਕਸ਼ਟ ਸਹਿਣ ਦੀ ਹੁਣ ਸ਼ਕਤੀ ਵੀ ਨਹੀਂ ਰਹੀ ਹੈ।
ਇਸ ਤਰ੍ਹਾਂ ਜੋ ਜੋ ਇਹਨਾਂ ਦੇ ਨਾਲ ਵਾਪਰਿਆ ਗੁਰੂ ਤੇਗ ਬਹਾਦਰ ਜੀ ਨੇ ਦੱਸਣਾ ਕੀਤਾ ਹੈ। ਨਰਤਕ ਹੋਏ ਜੋ ਖਾਵੇ ਨਹੀਂ, ਜੇ ਹੁਣ ਇੰਨਾ ਭੁੱਖਾ ਰਹੇਗਾ ਤੇ ਮਰ ਜਾਵੇਗਾ। ਇਸ ਕਰਕੇ ਤੇ ਸਾਧਨਾ ਇਹ ਜਿਹੜੀ ਆ ਹੁਣ ਵਾਲੇ ਯੁੱਗ ਵਿੱਚ ਨਹੀਂ ਹੋ ਸਕਦੀ ਹੈ। ਜਮ ਕਾਨਨ ਮੈਂ ਹੋ ਬਸ ਵਾਸਾ, ਜੰਗਲਾਂ ਵਿੱਚ ਰਹਿ ਕੇ ਕਿਵੇਂ ਵਾਸਾ ਹੋ ਸਕਦਾ, ਕਿਵੇਂ ਗੁਜ਼ਾਰਾ ਹੋ ਸਕਦਾ ਹੈ। ਬਿਨ ਕਾਨਨ ਕਿਉ ਹੈ ਤਪ ਰਾਸਾ, ਜੰਗਲਾਂ ਤੋਂ ਬਗੈਰ ਕਿਵੇਂ ਤਪ ਹੋ ਸਕਦਾ ਹੈ। ਇਸ ਤਰ੍ਹਾਂ ਇਹ ਸਾਧ ਸੰਗਤ ਦੀ ਮਹਿਮਾ ਤੋਂ ਵੱਡੀ ਆਖੀ ਜਾਂਦੀ ਹੈ। ਜਾਤੈ ਸਤਿਗੁਰ ਰੀਤ ਚਲਾਈ, ਜੋ ਗੁਰੂ ਨਾਨਕ ਦੇਵ ਜੀ ਨੇ ਘਰੇ ਰਹਿ ਕੇ ਬੰਦਗੀ ਕਰਨ ਦੀ ਮਰਿਆਦਾ ਬਣਾ ਦਿੱਤੀ ਹੈ। ਸਤ ਸੰਗਤ ਸੇਵਨ ਅਧਿਕਾਈ, ਜਿਹੜੇ ਸਾਧ ਸੰਗਤ ਵਿੱਚ ਆ ਕੇ ਸੇਵਾ ਕਰਦੇ ਨੇ, ਪ੍ਰਭੂ ਦੀ ਬੰਦਗੀ ਕਰਦੇ ਹਨ ਘਰ ਵਿੱਚ ਰਹਿ ਕੇ ਹੀ। ਤਦ ਹੈ ਕਾਲ ਜੋ ਕਾਲੇ ਕਾਲ, ਉਹਨਾਂ ਦੀ ਘਾਲ ਕਮਾਈ ਥਾਂ ਪੈ ਜਾਂਦੀ ਆ, ਫਿਰ ਉਹਨਾਂ ਨੂੰ ਜੰਗਲਾਂ ਵਿੱਚ ਜਾਣ ਦੀ ਲੋੜ ਨਹੀਂ ਪੈਂਦੀ ਹੁੰਦੀ ਹੈ। ਸੁਖ ਦਵੈ ਲੋਕਲ ਰਹਿ ਸੋ ਨਿਹਾਲ, ਉਹਨਾਂ ਨੂੰ ਇਹ ਵਾਲਾ ਜਿਹੜਾ ਸੁੱਖ ਆ ਲੋਕ ਪਰਲੋਕ ਵਾਲਾ ਮਿਲ ਜਾਂਦਾ ਹੁੰਦਾ ਹੈ ਜੀ। ਜਗਤ ਪਦਾਰਥ ਕੀ ਕਿਆ ਬਾਤ, ਦੁਨੀਆ ਦੇ ਪਦਾਰਥਾਂ ਦੀ ਕੀ ਗੱਲ, ਉਹ ਤਾਂ ਮੁਕਤ ਹੋ ਜਾਂਦੀਆਂ ਨੇ ਰੂਹਾਂ ਜਿਹੜੀਆਂ ਇਦਾਂ ਗੁਰੂ ਨਾਨਕ ਦੇ ਦੱਸੇ ਸਿਧਾਂਤ ਤੇ ਚੱਲ ਕੇ ਘਰ-ਬਾਰ ਵਿੱਚ ਰਹਿ ਕੇ, ਪਰਿਵਾਰ ਵਿੱਚ ਰਹਿ ਕੇ ਭਜਨ ਬੰਦਗੀ ਕਰਦੇ ਹਨ। ਜੋ ਮੁਕਤ ਹੋਏ ਬੰਧਨ ਮਿਟ ਜਾਤ, ਉਹਨਾਂ ਦੇ ਸਾਰੇ ਬੰਧਨ ਮਿਟ ਜਾਂਦੇ ਆ, ਸਾਰੇ ਬੰਧਨ ਦੀਆਂ ਜਿਹੜੀਆਂ ਬੇੜੀਆਂ ਕੱਟੀਆਂ ਜਾਂਦੀਆਂ ਹਨ। ਐਸੀ ਵਸਤੂ ਨਹੀਂ ਜਗ ਕੋਈ, ਇਵੇਂ ਜਿਹੜੀ ਵਸਤੂ ਹੈ ਇਹਦੇ ਵਰਗੀ ਹੋਰ ਦਾਤ ਨਹੀਂ ਹੋ ਸਕਦੀ। ਜਨਮ ਤੇ ਮਰਨ ਤੋਂ ਮੁਕਤ ਹੋ ਜਾਣਾ, ਇਦੋਂ ਦੱਸੋ ਵੱਡਾ ਕੀ ਹੋ ਸਕਦਾ ਹੈ ਮਾਤਾ ਜੀ। ਗੁਰ ਸੰਗਤ ਤੇ ਲਹਿਤ ਨ ਜੋਈ, ਜੋ ਗੁਰੂ ਦੀ ਸੰਗਤ ਤੋਂ ਹੀ ਪ੍ਰਾਪਤ ਹੁੰਦੀ ਹੈ। ਇਹ ਜਿਹੜੀ ਦਾਤ ਆ ਇਹਨਾਂ ਨੂੰ ਵੀ ਹੁਣ ਭਾਈ ਮੀਹਾਂ ਜੀ ਨੂੰ ਵੀ ਇਹ ਪ੍ਰਾਪਤ ਹੋ ਜਾਵੇਗੀ। ਤਪ ਕਰਵੇ ਤੇ ਸੇਵ ਸੁਖਾਰੀ, ਇਵੇਂ ਫਿਰ ਤਪ ਕਰਨ ਦੇ ਨਾਲੋਂ ਸੇਵਾ ਕਰਨੀ ਵੀ ਔਖੀ ਹੋ ਜਾਂਦੀ ਹੈ। ਜਰੰਕਾਲ ਲੋ ਤਪੈ ਭਾਰੀ, ਤਪ ਨੂੰ ਬਹੁਤ ਦੇਰ ਤੱਕ ਕਰਨਾ ਪੈਂਦਾ, ਲੰਮੇ ਸਮਾਂ ਸਾਧਨਾ ਇਹਨਾਂ ਦੀ ਕਰਨੀ ਪੈਂਦੀ ਹੈ ਜੀ। ਸੇਵਨ ਅਲਪ ਦਿਨ ਕੋ ਜਾਨ, ਸਤ ਸੰਗਤ ਦੀ ਸੇਵਾ ਥੋੜੇ ਦਿਨਾਂ ਦੀ ਹੁੰਦੀ, ਪਰ ਇਹਦਾ ਤਪ ਕਰਨ ਦੇ ਨਾਲੋਂ ਜ਼ਿਆਦਾ ਫਲ ਮਿਲ ਜਾਂਦਾ ਹੈ। ਫਲ ਪ੍ਰਾਪਤ ਹੈ ਮਹਿਦ ਮਹਾਨ, ਤੇ ਫਲ ਜਿਹੜਾ ਮਿਲਦਾ ਉਹ ਵੀ ਵੱਡਾ ਹੀ ਮਿਲਦਾ। ਇੱਕ ਪਾਸੇ ਜੰਗਲ ਵਿੱਚ ਬਹਿ ਕੇ ਤਪ ਕਰਨਾ ਕਈ ਸਾਲ, ਤੇ ਇੱਕ ਸਾਧ ਸੰਗਤ ਵਿੱਚ ਆ ਕੇ ਕੁਝ ਘੰਟੇ ਸੇਵਾ ਕਰਨੀ ਇੱਕੋ ਬਰਾਬਰ ਹੋ ਜਾਂਦੇ ਹਨ। ਤਪੈ ਬਰਖ ਇੱਕ ਦਿਨ ਕੀ ਸੇਵਾ, ਇਦਾਂ ਫਿਰ ਗੁਰੂ ਤੇਗ ਬਹਾਦਰ ਜੀ ਕਹਿਣ ਲੱਗੇ ਮਾਤਾ ਜੀ, ਇੱਕ ਸਾਲ ਦਾ ਜਿਹੜਾ ਤਪ ਹੁੰਦਾ ਕਿਸੇ ਵੀ ਵਿਅਕਤੀ ਦਾ, ਜਿਹੜਾ ਜੰਗਲਾਂ ਵਿੱਚ ਜਾ ਕੇ ਅੱਖਾਂ ਮੀਟ ਕੇ ਕਰਦਾ, ਤੇ ਇੱਕ ਦਿਨ ਦੀ ਸਾਧ ਸੰਗਤ ਦੀ ਜਿਹੜੀ ਸੇਵਾ ਹੁੰਦੀ ਬਰਾਬਰ ਹੋ ਜਾਂਦੀ ਹੈ। ਤੋ ਨ ਸਮ ਸੁਖ ਚੋ ਕਰ ਏਵਾ, ਐਵੇਂ ਫਿਰ ਇਹਦੀ ਸੇਵਾ ਜੋ ਭਾਈ ਮੀਹਾਂ ਜੀ ਦੀ ਆ ਉਹਦੀ ਕਿੰਨਾ ਫਲ ਹੋਵੇਗਾ। ਇਹ ਕਹਿੰਦੇ ਆ ਮੈਂ ਸੰਕੋਚ ਕਰਦਾ ਹਾਂ, ਇੱਕ ਸਾਲ ਦਾ ਤਪ ਇੱਕ ਦਿਨ ਦੀ ਗੁਰੂ ਘਰ ਦੀ ਸੇਵਾ ਇੱਕ ਬਰਾਬਰ ਹੈ। ਤਾਂ ਇਹਨਾਂ ਨੂੰ ਸੇਵਾ ਕਰਦਿਆਂ ਨੂੰ ਬੜੇ ਦਿਨ ਹੋ ਗਏ, ਤਾਂ ਉਹਦਾ ਫਲ ਮੈਂ ਮਾਤਾ ਜੀ ਕਿਵੇਂ ਸ਼ਬਦਾਂ ਵਿੱਚ ਕਹਿ ਸਕਦਾ ਹਾਂ। ਮੇਹ ਕੀ ਸੇਵਾ ਕੋ ਦੇਖ, ਜੋ ਭਾਈ ਮੀਹਾਂ ਜੀ ਦੀ ਸੇਵਾ ਹੈ ਉਹਨੂੰ ਦੇਖ ਕੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਗੁਰ ਪ੍ਰਸੰਨ ਭੈ ਸੋਭ ਸੇਕ, ਗੁਰੂ ਮਹਾਰਾਜ ਬੜੇ ਖੁਸ਼ ਹੋਏ, ਪ੍ਰਸੰਨ ਹੋਏ ਹਨ। ਨਿਕਟ ਕਹਿਓ ਭਗਵੰਤ, ਉਹ ਭਾਈ ਮੀਹਾਂ ਜੀ ਜਿਨ੍ਹਾਂ ਦੇ ਸਿਰ ਵਿੱਚ ਜ਼ਖਮ ਹੋ ਗਏ, ਗਾਗਰਾਂ ਢੋਂਦੇ ਢੋਂਦੇ, ਜਲ ਢੋਂਦੇ ਢੋਂਦੇ ਗੁਰੂ ਘਰ ਦੇ ਲੰਗਰਾਂ ਵਾਸਤੇ, ਅੱਜ ਉਹਨਾਂ ਦੀ ਸੇਵਾ ਥਾਂ ਪੈਣੀ ਆ। ਗੁਰੂ ਤੇਗ ਬਹਾਦਰ ਜੀ ਨੇ ਉਹਨਾਂ ਨੂੰ ਕੋਲ ਬੁਲਾਇਆ ਹੈ ਆਪਣੇ। ਅਬ ਸੰਤਨ ਕੋ ਬਣੋ ਮਹੰਤਾ, ਕਹਿਣ ਲੱਗੇ ਗੁਰੂ ਮਹਾਰਾਜ ਜੀ, ਸੰਤਾਂ ਤੋਂ ਵੀ ਉੱਪਰ ਜਿਹੜੀ ਪਦਵੀ ਹੁੰਦੀ ਹੈ ਇਹਨੂੰ ਪਰਮ ਸੰਤ ਕਹਿੰਦੇ ਨੇ। ਉਹਨਾਂ ਦੇ ਸ਼੍ਰੋਮਣੀ ਤੁਸੀਂ ਮਹੰਤ ਬਣ ਜਾਵੋ ਜੀ ਭਾਈ ਮੀਹਾਂ ਜੀ। ਕੁਛ ਕਾਮਨਾ ਚ ਵਡਿਆਈ, ਇਵੇਂ ਕੁਝ ਕਾਮਨਾ ਤੇ ਵਡਿਆਈ ਪਾ ਲਵੋ, ਕੁਝ ਸਮੇਂ ਵਾਸਤੇ ਤੁਹਾਨੂੰ ਸੋਭਾ ਮਿਲ ਜਾਵੇਗੀ ਗੁਰੂ ਨਾਨਕ ਦੇ ਦਰਬਾਰ ਵਿੱਚੋਂ। ਜਾਤੇ ਲਿਓ ਮਹੰਤੀ ਪਾਈ, ਇਹ ਮਹੰਤੀ ਹੁਣ ਤੁਹਾਨੂੰ ਪ੍ਰਾਪਤ ਹੋ ਜਾਏਗੀ। ਜਿਵੇਂ ਪ੍ਰਗਟੇ ਗੋਪਾਲ ਮਹਾਂਤ ਕੈ ਮਾਥੇ, ਤਾਂ ਇਹ ਸੁਖਮਨੀ ਸਾਹਿਬ ਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਉਹ ਜੋ ਵਾਹਿਗੁਰੂ ਹੈ
ਉਹ ਐਸੇ ਮਹਾਨਤਾਂ ਦੇ, ਐਸੇ ਜਿਹੜੇ ਰੱਬ ਦੇ ਪਿਆਰੇ ਆ, ਮਹਾਂਤ ਕਹਿ ਮਾਥੇ, ਉਹ ਮੱਥੇ ਵਿੱਚ ਪ੍ਰਗਟ ਹੋ ਜਾਂਦਾ ਵਾਹਿਗੁਰੂ, ਇੰਨਾ ਜਲਾਲ ਹੋ ਜਾਂਦਾ। ਤਾਂ ਉਹ ਵਾਲੀ ਮਹਾਂਤੀ ਦੀ ਗੱਲ ਇੱਥੇ ਹੋ ਰਹੀ ਆ, ਪ੍ਰਗਟੇ ਗੋਪਾਲ ਮਹਾਂਤ ਕਹਿ ਮਾਥੇ। ਇਸ ਕਰਕੇ ਗੁਰੂ ਤੇਗ ਬਹਾਦਰ ਜੀ ਕਹਿੰਦੇ ਤੁਸੀਂ ਮਹਾਂਤੀ ਪਾ ਲਵੋ, ਇਹਦੇ ਨਾਲ ਤੁਹਾਨੂੰ ਦਾਤ ਮਿਲ ਜਾਣੀ ਹੈ ਜੀ। ਉਸਕ ਕਾਮਨਾ ਚਾ ਵਡਿਆਈ, ਐਵੇਂ ਫਿਰ ਸਿਰ ਤੇ ਕਿਰਮ ਬਿਨੈ ਸਿਕ ਤੇਰੇ, ਤੂੰ ਇਨ ਚੈਤ ਸ਼ਰੇਕ ਨੇਰੇ। ਆ ਜਿਹੜੇ ਤੇਰੇ ਸਿਰ ਦੇ ਵਿੱਚ ਕਿਰਮ ਨੇ ਨਾ, ਇਹ ਤੇਰੇ ਸਿੱਖ ਬਣ ਜਾਣਗੇ। ਭਾਵ ਕਿ ਤੂੰ ਇਹਨਾਂ ਦੀ ਮੁਕਤੀ ਚਾਹੁੰਦਾ ਹੈ ਨਾ, ਵੀ ਇਹਨਾਂ ਦੀ ਮੁਕਤੀ ਹੋ ਜੇ, ਤਾਂ ਹੀ ਤਾਂ ਤੂੰ ਇਹਨਾਂ ਨੂੰ ਚੁੱਕ ਕੇ ਆਪਣੇ ਸਿਰ ਵਿੱਚ ਦੁਆਰਾ ਰੱਖ ਲਿਆ। ਇਹ ਤੇਰੇ ਜਿਹੜੇ ਨੇ ਸਿੱਖ ਬਣ ਜਾਣਗੇ, ਤੂੰ ਇਹਨਾਂ ਦਾ ਮਹੰਤ ਬਣ ਜਾਵੇਂਗਾ। ਸੇਵਾ ਕੋ ਫਲ ਲਿਓ ਮਹਾਨ, ਇਵੇਂ ਸੇਵਾ ਦਾ ਵੱਡਾ ਫਲ ਤੁਹਾਨੂੰ ਮਿਲ ਜਾਵੇਗਾ, ਪ੍ਰਾਪਤ ਹੋ ਜਾਵੇਗਾ ਜੀ। ਉਪਜੇ ਔਰ ਮੈਂ ਬ੍ਰਹਮ ਗਿਆਨ, ਤੇ ਜੋ ਗਿਆਨ ਦੀ ਗੱਲ ਆ, ਗਿਆਨ ਤਾਂ ਇੱਕ ਸਧਾਰਨ ਗਿਆਨ ਹੁੰਦਾ, ਤੁਹਾਨੂੰ ਤਾਂ ਬ੍ਰਹਮ ਗਿਆਨ ਮਿਲੇਗਾ ਭਾਈ ਮੇਹਾ ਜੀ। ਭਾਵ ਕਿ ਤੁਸੀਂ ਖੁਦਾ ਦਾ ਹੀ ਸਰੂਪ ਹੋ ਜਾਵੋਗੇ, ਬ੍ਰਹਮ ਗਿਆਨ ਤੁਹਾਡੇ ਅੰਦਰੋਂ ਪ੍ਰਗਟ ਹੋ ਜਾਵੇਗਾ। ਇਮ ਕਹਿ ਦਿਆ ਦ੍ਰਿਸ਼ਟ ਕੋ ਦੇਖਾ, ਇਸ ਤਰ੍ਹਾਂ ਕਹਿ ਕੇ ਗੁਰੂ ਤੇਗ ਬਹਾਦਰ ਜੀ ਨੇ ਬੜੀ ਤਰਸ ਭਰੀ ਨਿਗਾਹ ਦੇ ਨਾਲ, ਦਇਆ ਦੇ ਨਾਲ ਭਾਈ ਮੀਹਾਂ ਜੀ ਵੱਲ ਤੱਕਿਆ। ਤੇ ਕੀ ਹੋਇਆ ਹੈ ਫਿਰ? ਤਤ ਸਿਮਰ ਦੇ ਪ੍ਰਕਾਸ਼ ਬਸੇਖਾ, ਤਾਂ ਦੇਖਦਿਆਂ ਦੇਖਦਿਆਂ ਉਹਨਾਂ ਦੇ ਹਿਰਦੇ ਵਿੱਚ ਪ੍ਰਕਾਸ਼ ਹੋ ਗਿਆ। ਭਾਈ ਮੀਹਾਂ ਜੀ ਨਿਹਾਲ ਹੋ ਗਏ ਹਨ। ਫਿਰ ਪਾਪਾ ਪੀਲੇ ਕਾ ਤੇ ਵੱਡ ਜੋ ਸ਼ੇਰ, ਫਿਰ ਜਿਸ ਤਰ੍ਹਾਂ ਕੋਈ ਇੱਕ ਕਿਰਮ ਹੋਵੇ, ਗੁਰੂ ਮਹਾਰਾਜ ਉਹਦੇ ਤੇ ਕਿਰਪਾ ਕਰ ਦਿੰਦੇ ਨੇ ਤੇ ਉਹ ਸ਼ੇਰ ਬਣ ਸਕਦਾ ਹੈ। ਭਾਵ ਕਿ ਉਹਦਾ ਜਿਹੜਾ ਹਿਰਦਾ, ਉਹਦੇ ਵਿੱਚ ਵੱਡਾ ਗਿਆਨ ਆ ਸਕਦਾ। ਤਾਂ ਇੱਕ ਕੀੜੀ ਤੋਂ, ਇੱਕ ਕਿਰਮ ਤੋਂ ਸ਼ੇਰ ਜਿਵੇਂ ਗੁਰੂ ਸਾਹਿਬ ਬਣਾ ਸਕਦੇ ਨੇ, ਉਹਨਾਂ ਵਿੱਚ ਇੰਨੀ ਸਮਰੱਥਾ ਹੈ। ਤਾਂ ਇਦਾਂ ਹੀ ਸਮਝੋ ਇਸ ਗੱਲ ਨੂੰ ਜੀ। ਰਜ ਕਣਕਾ ਤੇ ਬਨਗਾ ਮੇਰ, ਜਿਵੇਂ ਧੂੜ ਦੇ ਕਿਣਕੇ ਤੋਂ ਇੱਕ ਸਮੇਰ ਪਰਬਤ ਬਣਾ ਦਿੱਤਾ। ਭਾਈ ਮੀਹਾਂ ਜੀ ਨੂੰ ਐਵੇਂ ਫਿਰ ਇੱਕ ਧੂੜ ਦੇ ਕਿਣਕੇ ਸੀ, ਉਹਨਾਂ ਦੀ ਸੇਵਾ ਪ੍ਰਵਾਨ ਹੋਈ ਤੇ ਪਰਬਤ ਬਣਾ ਦਿੱਤਾ ਉਹਨਾਂ ਨੂੰ। ਹਾਥ ਜੋੜ ਪੁਨ ਬੰਧਨ ਕੀਨਸ, ਹੱਥ ਜੋੜ ਕੇ ਫਿਰ ਬੰਦਨਾ ਕੀਤੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਨੂੰ। ਮਹਾਮਤ ਗੁਰ ਮਹਿਮਾ ਚੀਨਸ, ਕਿਉਂਕਿ ਗੁਰੂ ਦੀ ਬਹੁਤ ਵੱਡੀ ਵਡਿਆਈ ਦੇਖ ਲਈ ਕਿ ਗੁਰੂ ਤੇਗ ਬਹਾਦਰ ਜੀ ਨੇ ਤਾਂ ਕਿੰਨੀ ਕਿਰਪਾ ਕਰ ਦਿੱਤੀ, ਧੂੜ ਤੋਂ ਕਿੱਡਾ ਵੱਡਾ ਮੈਨੂੰ ਬਣਾ ਦਿੱਤਾ ਹੈ ਜੀ। ਦੱਖਣੀ ਬੈਲ ਹੋਤੋ ਗੁਰ ਡੇਰੇ, ਗੁਰੂ ਮਹਾਰਾਜ ਦੇ ਡੇਰੇ ਵਿੱਚ ਦੱਖਣੀ ਬਲਦ ਸਨ ਉਸ ਵਕਤ, ਜਿਹੜੇ ਮਹਾਰਾਜ ਦੇ ਪਾਸ ਰਹਿੰਦੇ, ਸੰਗਤਾਂ ਉਹਨਾਂ ਦੀ ਸੇਵਾ ਕਰਿਆ ਕਰਦੀਆਂ ਸਨ। ਸੁੰਦਰ ਤਨ ਪਰਮਾਨ ਵਡੇਰੇ, ਸੁੰਦਰ ਉਹਨਾਂ ਦੇ ਸਰੀਰ ਸੀ ਤੇ ਕੱਦ ਵਿੱਚ ਬਹੁਤ ਜ਼ਿਆਦਾ ਵੱਡੇ ਤੇ ਬੜੇ ਸੋਹਣੇ ਬੈਲ ਸਨ। ਇਹ ਮੋਹੇ ਕੋ ਜੋ ਬਖਸ਼ ਸਕੀਨ, ਭਾਈ ਮੀਹਾਂ ਜੀ ਨੂੰ ਫਿਰ ਕੋਲ ਬੁਲਾ ਕੇ ਖੁਸ਼ੀ ਦੇ ਨਾਲ ਹੀ ਗੁਰੂ ਤੇਗ ਬਹਾਦਰ ਜੀ ਨੇ ਉਹ ਜਿਹੜੇ ਬਲਦ ਸੀਗੇ ਨਾ, ਤੇ ਉਹ ਦੇ ਦਿੱਤੇ, ਬਖਸ਼ ਦਿੱਤੇ ਹਨ। ਦੀਰਘ ਏਕ ਦਮਾਮੋ ਦੀਨ, ਤੇ ਇੱਕ ਵੱਡਾ ਸਾਰਾ ਦਮਾਮਾ ਵੀ ਦੇ ਦਿੱਤਾ ਹੈ। ਭਾਵ ਕਿ ਬਹੁਤ ਸੋਹਣੇ ਵਸਤਰ ਦੇ ਦਿੱਤੇ ਹਨ ਜੀ। ਇੱਕ ਝੰਡਾ ਭਗਮੋ ਬਣਵਾਇਓ, ਭਗਵੇਂ ਰੰਗ ਦਾ ਇੱਕ ਝੰਡਾ ਵੀ ਬਣਵਾ ਦਿੱਤਾ ਹੈ ਅੱਗੇ। ਇਸ ਤਰ੍ਹਾਂ ਗੁਰੂ ਮਹਾਰਾਜ ਨੇ ਮੇਹਾ ਭਾ ਮਹੰਤ ਹਰ ਪਾਇਓ, ਤੇ ਇਦਾਂ ਫਿਰ ਭਾਈ ਮੀਹਾਂ ਜੀ ਨੂੰ ਮਹੰਤੀ ਬਖਸ਼ੀਗਾ। ਉਹ ਮਹੰਤੀ ਜਿਹਦੇ ਵਿੱਚ ਕੇਵਲ ਭਗਵੇਂ ਕੱਪੜੇ ਨਹੀਂ ਹੁੰਦੇ, ਜਿਹਦੇ ਵਿੱਚ ਆਤਮਾ ਰੰਗੀ ਹੁੰਦੀ ਹੈ। ਇੱਕ ਉਹ ਮਹੰਤ ਹੁੰਦੇ ਆ ਜਿਨ੍ਹਾਂ ਕੋਲ ਸਿਰਫ ਲਿਬਾਸ ਹੁੰਦਾ, ਜਿਨ੍ਹਾਂ ਦੇ ਪੱਲੇ ਭੇਖ ਹੁੰਦਾ। ਇੱਕ ਉਹ ਮਹੰਤੀ ਹੁੰਦੀ ਆ ਜਿਹਨੂੰ ਗੁਰੂ ਅਰਜਨ ਦੇਵ ਜੀ ਬਸ ਕਹਿੰਦੇ ਆ, ਪ੍ਰਗਟੇ ਗੋਪਾਲ ਮਹਾਂਤ ਕੈ ਮਾਥੇ। ਇੱਕ ਇਹ ਮਹਾਂਤੀ ਹੁੰਦੀ ਆ ਵੀ ਉਹ ਮੱਥੇ ਵਿੱਚ ਵਾਹਿਗੁਰੂ ਦਾ ਜਲਾਲ ਹੁੰਦਾ। ਤਾਂ ਇੱਦਾਂ ਫਿਰ ਗੁਰੂ ਮਹਾਰਾਜ ਜੀ ਬਹੁਤ ਪ੍ਰਸੰਨ ਹੋ ਗਏ ਤੇ ਭਾਈ ਮੀਹਾਂ ਜੀ ਨੂੰ ਇਹ ਬਹੁਤ ਸੋਹਣੇ ਬਲਦ ਸੀਗੇ, ਜਿਹੜੇ ਬਹੁਤ ਉਹਨਾਂ ਦਾ ਉੱਚਾ ਲੰਮਾ ਕੱਦ, ਇਹ ਦੇ ਦਿੱਤੇ। ਇੱਕ ਝੰਡਾ ਵੀ ਬੰਨ੍ਹ ਦਿੱਤਾ ਹੈ ਅੱਗੇ। ਫਿਰ ਉਤੇ ਕੱਟ ਲੈ ਦਾਨ ਮਹਾਨਾ, ਐਵੇਂ ਫਿਰ ਮਹਾਨ ਦਾਨ ਦੇ ਕੇ ਸਾਰੇ ਜਿੰਨੇ ਵੀ ਕਸ਼ਟ ਸੀ ਨਾ ਦੂਰ ਕਰ ਦਿੱਤੇ ਹਨ ਗੁਰੂ ਜੀ ਨੇ। ਸਤਿਗੁਰ ਪਾ ਬ੍ਰਹਮ ਕਰ ਜਾਣਾ, ਸਤਿਗੁਰੂ ਦੀ ਮਹਿਮਾ ਜਿਹੜੀ ਆ ਮਹਾਨ ਸਿਆਣੀ ਆ ਭਾਈ ਮੀਹਾਂ ਜੀ ਨੇ। ਕਿ ਮੈਂ ਜਿਹੜੇ ਸਿਰ ਵਿੱਚ ਜ਼ਖਮ ਹੋ ਗਏ ਸੀ ਮੇਰੇ, ਗਾਗਰਾਂ ਢੋ ਕੇ ਉਹਦੇ ਵਿੱਚ ਕਿਰਮ ਪੈ ਗਏ ਸੀਗੇ, ਤੇ ਉਹਦਾ ਕਿੱਡਾ ਵੱਡਾ ਮੁੱਲ ਮਹਾਰਾਜ ਨੇ ਤਾਰ ਦਿੱਤਾ ਕਿ ਮੇਰਾ ਜਨਮ ਮਰਨ ਕੱਟ ਦਿੱਤਾ,
ਮੈਨੂੰ ਜਿਉਂਦਿਆਂ ਜੀ ਵੀ ਸੁੱਖ ਦੇ ਦਿੱਤਾ ਤੇ ਇਹ ਮਹਾਨਤੀ ਵੀ ਬਖਸ਼ ਦਿੱਤੀ ਆ। ਇੰਨਾ ਕੁਝ ਜਦੋਂ ਇਕੱਠਾ ਮਿਲ ਗਿਆ ਫਿਰ ਉਹ ਕਹਿਣਾ ਪੈ ਗਿਆ, ਕਹਿੰਦੇ ਮੇਰੀ ਸੇਵਾ ਤਾਂ ਕੁਝ ਵੀ ਨਹੀਂ ਸੀ, ਗੁਰੂ ਨੇ ਤਾਂ ਮੈਨੂੰ ਉਦੋਂ ਵੀ ਵੱਧ ਕੇ ਬੜਾ ਕੁਝ ਦੇ ਦਿੱਤਾ ਹੈ। ਵਿਚਰਤ ਪਿਓ ਮਹਾਮਤ ਧੀਰਾ। ਇਵੇਂ ਫਿਰ ਮਹਾ ਧੀਰਜ ਮਤ ਦੇ ਵਿੱਚ ਇਹ ਵਿਚਰਨ ਲੱਗੇ ਨੇ। ਭਾਈ ਮੀਹਾਂ ਜੀ ਬੜੇ ਧੀਰਜ ਨਾਲ ਰਿਹਾ ਕਰਦੇ ਹਨ ਸਦਾ ਹੀ। ਪ੍ਰਥਮ ਕਰਿਓ ਚੇਲਾ ਲਖਮੀਰ। ਤੇ ਇਹਨਾਂ ਦਾ ਪਹਿਲਾ ਚੇਲਾ ਲਖਮੀਰ ਨਾਂ ਦਾ ਇੱਕ ਵਿਅਕਤੀ ਹੋਇਆ, ਉਹ ਇਹਨਾਂ ਦਾ ਦਾਸ ਬਣਿਆ, ਇਹਨਾਂ ਦਾ ਚਾਕਰ ਬਣਿਆ ਹੈ। ਗੁਰੂ ਪਾਦਕਾ ਕਰੀ ਪਜਾਵਣ। ਇਵੇਂ ਫਿਰ ਉਹ ਗੁਰੂ ਮਹਾਰਾਜ ਦੀਆਂ ਜਿਹੜੀਆਂ ਖੜਾਵਾਂ ਸੀ ਨਾ ਤੇ ਉਹਨਾਂ ਦੀ ਹੀ ਪੂਜਾ ਕਰਵਾਈ ਆ। ਫਿਰ ਵੀ ਭਾਈ ਮੀਹਾਂ ਜੀ ਨੇ ਆਪਣੀ ਪੂਜਾ ਨਹੀਂ ਕਰਵਾਈ, ਗੁਰੂ ਸਾਹਿਬ ਨਾਲ ਹੀ ਸੰਗਤਾਂ ਨੂੰ ਜੋੜਿਆ ਹੈ ਜੀ। ਗੁਰ ਮਹਿਮਾ ਵੱਡ ਕੀਨ ਜਨਾਵਣ। ਇਵੇਂ ਗੁਰੂ ਦੀ ਵੱਡੀ ਮਹਿਮਾ ਪ੍ਰਗਟ ਕੀਤੀ ਆ ਸਾਧ ਸੰਗਤ ਵਿੱਚ ਜਾ ਕੇ। ਭਾਵੇਂ ਮਹਾਨਤੀ ਆ ਗਈ, ਕਦੇ ਨਹੀਂ ਕਿਹਾ ਕਿ ਮੈਂ ਵੱਡਾ, ਹਮੇਸ਼ਾ ਇਹ ਆਖਿਆ ਕਿ ਗੁਰੂ ਨਾਨਕ ਦਾ ਦਰਬਾਰ ਹੀ ਵੱਡਾ ਹੈ ਜੀ। ਇਸ ਪ੍ਰਕਾਰ ਕਰਕੇ ਗੁਰ ਸੇਵਾ ਭਾ ਮਹੰਤ ਮੀਹਾਂ ਸੁਖ ਲੇਵਾ। ਇਸ ਪ੍ਰਕਾਰ ਤੇ ਭਾਵੇਂ ਭਾਈ ਮੀਹਾਂ ਜੀ ਮਹੰਤ ਬਣ ਗਏ ਪਰ ਉਹਨਾਂ ਨੇ ਬੰਦਗੀ ਕਰਨੀ ਨਹੀਂ ਛੱਡੀ, ਸੇਵਾ ਕਰਨੀ ਨਹੀਂ ਛੱਡੀ ਹੈ ਜੀ। ਦੋਨੋਂ ਲੋਕਨ ਕੀ ਵਡਿਆਈ। ਦੋਨਾਂ ਲੋਕਾਂ ਦੀ ਜਿਹੜੀ ਵਡਿਆਈ ਆ, ਜਿਹਨੂੰ ਲੋਕ ਪਰਲੋਕ ਕਿਹਾ ਜਾਂਦਾ, ਉਹ ਉਹਨਾਂ ਦੇ ਹਿੱਸੇ ਆ ਗਈ ਹੈ ਜੀ। ਗੁਰ ਸੇਵਾ ਤੇ ਤਤ ਸਨ ਪਾਈ। ਗੁਰੂ ਦੀ ਸੇਵਾ ਕਰਕੇ ਉਹ ਤੁਰੰਤ ਪ੍ਰਾਪਤ ਕਰ ਲਈਆਂ ਇਹ ਜਿੰਨੀਆਂ ਵੀ ਦਾਤਾਂ ਉਹਨਾਂ ਦੇ ਹਿੱਸੇ ਆਈਆਂ ਹਨ। ਇਮਤ ਸੰਗਰਾਮ ਬਾਸ ਕੋ ਕਰਤੇ। ਇਸ ਤਰ੍ਹਾਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਉਸ ਪਿੰਡ ਦੇ ਵਿੱਚ ਵਾਸਾ ਕਰਦੇ ਹਨ, ਕਈ ਦਿਨ ਰਹਿੰਦੇ ਹਨ ਤਮਤਾਨ ਪਿੰਡ ਦੇ ਵਿੱਚ। ਅਨਕ ਪ੍ਰਕਾਰਨ ਵਿਚਰਤ ਵਿਚਰਨ ਚਰਤੇ। ਅਨੇਕਾਂ ਤਰ੍ਹਾਂ ਦੇ ਮੰਗਲ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸੰਗਤਾਂ ਨੂੰ ਉਪਦੇਸ਼ ਦੇ ਕੇ ਤਾਰਿਆ ਹੈ ਜੀ। ਕਰੇ ਅਖੀਰ ਆਏ ਨ ਸਡੇਰੇ। ਕਦੇ ਕਦੇ ਮਹਾਰਾਜ ਜੀ ਸ਼ਿਕਾਰ ਖੇਡਣ ਵੀ ਜਾਂਦੇ ਗੁਰੂ ਤੇਗ ਬਹਾਦਰ, ਫਿਰ ਆਪਣੇ ਡੇਰੇ ਵਿੱਚ ਆ ਜਾਂਦੇ ਹਨ ਜੀ। ਸੰਗਤ ਦਰਸੇ ਪਹੁੰਚ ਕਨੇਰੇ। ਬਹੁਤ ਸੰਗਤ ਪਹੁੰਚ ਕੇ ਉੱਥੇ ਦਰਸ਼ਨ ਕਰਦੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ। ਦਰਬ ਬਸਾਲ ਸੰਗਤਾਂ ਆਨੈ। ਸੰਗਤਾਂ ਬਹੁਤ ਚੜਾਵਾ ਲੈ ਕੇ ਆਉਂਦੀਆਂ ਨੇ, ਮਾਇਆ ਦੇ ਗੱਫੇ ਲੈ ਕੇ ਆਉਂਦੀਆਂ ਹਨ। ਸਤਿਗੁਰ ਦੇਗ ਕਰਾਏ ਮਹਾਨੇ। ਸਤਿਗੁਰੂ ਜੀ ਉਹਨਾਂ ਪੈਸਿਆਂ ਦਾ ਗੁਰੂ ਕਾ ਲੰਗਰ ਚਲਾਉਂਦੇ ਨੇ, ਗੁਰੂ ਕਾ ਲੰਗਰ ਅਟੁੱਟ ਵਰਤਦਾ ਹੈ। ਤੋ ਦਰਬ ਇਕੱਠੇ ਬਹੁ ਹੋਏ। ਭਾਵੇਂ ਕਿ ਬਹੁਤ ਖਰਚਾ ਹੈ ਗੁਰੂ ਕੇ ਲੰਗਰਾਂ ਵਿੱਚ, ਜਦੋਂ ਰੋਜ਼ ਹੀ ਲੰਗਰ ਚਲਾਉਣਾ, ਪਰ ਉਦੋਂ ਜ਼ਿਆਦਾ ਚੜਾਵਾ ਆਉਂਦਾ ਹੈ। ਜਿੰਨਾ ਖਰਚ ਹੁੰਦਾ ਉਦੋਂ ਆਮਦਨ ਵੱਧ ਜਾਂਦੀ ਹੈ ਜੀ। ਜਬ ਸਤਿਗੁਰ ਅਵਲੋਕਤ ਸੋਏ। ਜਦੋਂ ਮਹਾਰਾਜ ਜੀ ਵੇਖਦੇ ਆ ਕਿ ਚੜਾਵਾ ਵੱਧ ਗਿਆ, ਪਰ ਉਪਕਾਰ ਕਰਨਾ ਚਾਹੁੰਦੇ ਮਹਾਰਾਜ ਜੀ, ਵੇਖਦੇ ਨੇ ਕਿ ਆਮਦਨ ਬੜੀ ਵੱਧ ਰਹੀ ਹੈ ਗੁਰੂ ਘਰ ਦੇ ਵਿੱਚ। ਪਰਉਪਕਾਰ ਹੇਤ ਛੋ ਦੇਤ। ਉਹ ਧਨ ਨੂੰ ਫਿਰ ਗਰੀਬਾਂ ਵਿੱਚ ਵੀ ਵੰਡ ਦਿੰਦੇ ਆ, ਪਰ ਉਪਕਾਰ ਲਈ ਦੇ ਦਿੰਦੇ ਹਨ। ਅਨਾਥਾਂ ਨੂੰ ਗਰੀਬਾਂ ਦੇ ਸਹਾਰੇ ਬਣ ਜਾਂਦੇ ਹਨ ਗੁਰੂ ਜੀ। ਊਪ ਕਹੂੰ ਕਿਤ ਬਾਗ ਲਗੇਤ। ਜਿੱਥੇ ਖੂਹ ਦੀ ਲੋੜ ਆ, ਜਿੱਥੇ ਪਾਣੀ ਦੂਰ ਦੂਰ ਤੱਕ ਨਹੀਂ ਆ, ਸੰਗਤਾਂ ਨੂੰ ਦੂਰੋਂ ਪਾਣੀ ਢੋਣਾ ਪੈਂਦਾ, ਉੱਥੇ ਉਹਨਾਂ ਪੈਸਿਆਂ ਦਾ ਮਹਾਰਾਜ ਖੂਹ ਲਵਾ ਦਿੰਦੇ ਆ। ਇੱਕ ਸੋਹਣੀ ਜਗ੍ਹਾ ਦੇਖ ਕੇ ਸਾਂਝੀ ਉੱਥੇ ਬਾਗ ਲਵਾ ਦਿੰਦੇ ਆ। ਕਹੂੰ ਕੂਪ ਕਿਤ ਬਾਗ ਲਗੇਤ, ਕਿਤੇ ਮਹਾਰਾਜ ਬਾਗ ਲਾ ਦਿੰਦੇ ਆ ਫਲਦਾਰ ਬੂਟਿਆਂ ਦਾ, ਕਿਤੇ ਛਾਂ ਵਾਲੇ ਦਰਖਤ ਲਗਾ ਦਿੰਦੇ ਆ, ਕਿਤੇ ਖੂਹ ਲਵਾਏ ਮਹਾਰਾਜ ਗੁਰੂ ਤੇਗ ਬਹਾਦਰ ਜੀ ਨੇ। ਨਹੀਂ ਸਮੀਪ ਰੱਖੈ ਗੁਸਾਈ। ਉਹ ਪੈਸਾ ਜੋੜ ਕੇ ਨਹੀਂ ਆਪਦੇ ਕੋਲ ਰੱਖਿਆ ਗੁਰੂ ਤੇਗ ਬਹਾਦਰ ਜੀ ਨੇ। ਜਿਉ ਆਵਤ ਤਿਉ ਦੇਤ ਚਲਾਈ, ਜਿਵੇਂ ਪੈਸਾ ਆਇਆ ਤਿਵੇਂ ਚਲਾ ਦਿੱਤਾ। ਉਹਨੂੰ ਭਾਵ ਕਿ ਇੱਕ ਮਮਤਾ ਦੇ ਵਜੋਂ ਸਾਂਭ ਕੇ ਨਹੀਂ ਰੱਖਿਆ, ਮੋਹ ਨਹੀਂ ਪਾਇਆ ਉਸ ਪੈਸੇ ਦੇ ਨਾਲ। ਜੇ ਪੈਸੇ ਆਏ ਉਹਦਾ ਗੁਰੂ ਕਾ ਲੰਗਰ ਚੱਲਿਆ, ਅਟੁੱਟ ਵਰਤਿਆ। ਜੇ ਪੈਸੇ ਉਹਦੇ ਵਿੱਚੋਂ ਵਧੇ, ਖੂਹ ਲਵਾਏ ਨੇ, ਬਾਗ ਲਵਾਏ ਨੇ। ਜੇ ਪੈਸੇ ਵਧੇ ਨੇ ਉਹਨੂੰ ਗਰੀਬਾਂ ਤੇ ਅਨਾਥਾਂ ਵਿੱਚ ਵੰਡਿਆ ਗਿਆ। ਇੱਕ ਵੀ ਪੈਸਾ ਮਹਾਰਾਜ ਰੱਖਦੇ ਨਹੀਂ, ਜਿਵੇਂ ਆਉਂਦਾ ਤਿਵੇਂ ਹੀ ਚਲਾ ਦਿੰਦੇ ਨੇ। ਸੋ ਇਹ ਸੀ ਭਾਈ ਮੀਹਾਂ ਜੀ ਦਾ ਇਤਿਹਾਸ, ਜਿਨ੍ਹਾਂ ਨੇ ਸਿਰ ਦੇ ਉੱਪਰ ਗਾਗਰਾਂ ਢੋ ਢੋ ਕੇ ਸਿਰ ਦੇ ਵਿੱਚ ਜ਼ਖਮ ਕਰਵਾ ਲਏ, ਕਰਮ ਵੀ ਪੈਦਾ ਹੋ ਗਏ, ਪਰ ਗੁਰੂ ਦੀ ਸੇਵਾ ਨਹੀਂ ਛੱਡੀ। ਮਾਤਾ ਨਾਨਕੀ ਜੀ ਨੇ ਤੱਕ ਲਿਆ ਇੱਕ ਦਿਨ, ਇਹਨਾਂ ਦੇ ਸਿਰ ਵਿੱਚ ਤਾਂ ਜ਼ਖਮ ਆ,
ਤੇ ਗੁਰੂ ਜੀ ਨੂੰ ਜਾ ਕੇ ਬੇਨਤੀ ਕੀਤੀ ਆ। ਗੁਰੂ ਮਹਾਰਾਜ ਤਾਂ ਸਭ ਜਾਣਦੇ ਸੀ, ਕੋਲ ਬੁਲਾ ਕੇ ਭਾਈ ਮੀਹਾਂ ਜੀ ਨੂੰ ਉਹ ਮਹਾਂਤੀ ਬਖਸ਼ੀ, ਐਸਾ ਜਲਾਲ ਬਖਸ਼ਿਆ ਉਹਨਾਂ ਦੇ ਚਿਹਰੇ ਉੱਪਰ ਆ ਗਿਆ ਸੇਵਾ ਕਰਨ ਕਰਕੇ ਕਿ ਉਹਨਾਂ ਨੂੰ ਵੱਡਾ ਸੁੱਖ ਮਿਲਿਆ, ਜਨਮ ਤੇ ਮਰਨ ਤੋਂ ਮੁਕਤੀ, ਉਹ ਮੁਕਤ ਹੋ ਗਏ। ਇਸ ਤਰ੍ਹਾਂ ਗੁਰੂ ਮਹਾਰਾਜ ਨੇ ਉਹਨਾਂ ਨੂੰ 2 ਬਲਦ ਜਿਹੜੇ ਸੀ ਦੇ ਦਿੱਤੇ, ਜਿਹੜੇ ਬਹੁਤ ਸੋਹਣੇ ਸੀਗੇ। ਭਾਈ ਮੀਹਾਂ ਜੀ ਨੇ ਉਹਨਾਂ ਦੀ ਸੰਭਾਲ ਕੀਤੀ ਆ। ਇੱਕ ਭਗਵੇਂ ਰੰਗ ਦਾ ਝੰਡਾ ਵੀ ਬਣਵਾ ਦਿੱਤਾ। ਤਾਂ ਉਹਨਾਂ ਨੇ ਖੂਬ ਸੇਵਾ ਕੀਤੀ ਮਹਾਰਾਜ ਦੀਆਂ ਖੜਾਵਾਂ ਦੀ। ਸੋ ਇਹ ਇਤਿਹਾਸ ਸੀ। ਗੁਰੂ ਮਹਾਰਾਜ ਕਿਰਪਾ ਕਰਨ, ਕੀਤੀ ਵਿਚਾਰ ਹਿਰਦਿਆਂ 'ਚ ਵਸੇ, ਸ਼ਬਦਾਂ ਦੀ ਕਮਾਈ ਕਰਕੇ ਆਪਣੇ ਜੀਵਨ ਨੂੰ ਸੋਹਣਾ ਬਣਾਈਏ ਜੀ। ਭਾਈ ਮੀਹਾਂ ਜੀ ਜਿਨ੍ਹਾਂ ਨੇ ਗੁਰੂ ਘਰ ਦਾ ਪਾਣੀ ਜਲ ਢੋ ਢੋ ਕੇ ਸਿਰ 'ਚ ਜ਼ਖਮ ਕਰਾ ਲਏ, ਤਿੰਨਾਂ ਦੀ ਸ਼ਾਨ ਬੜੀ ਉੱਚੀ ਹੈ ਜੀ। ਬੋਲਦੇ ਆ ਇੱਕ ਨਹੀਂ, ਬਹੁਤ ਭੁੱਲਾਂ ਹੋ ਗਈਆਂ ਹਨ। ਗੁਰੂ ਦੀ ਸੰਗਤ ਤੇ ਸਤਿਗੁਰੂ ਜੀ ਬਖਸ਼ਿੰਦ ਪਿਤਾ ਨੇ ਬਖਸ਼ ਲੈਣ ਜੀ। ਆਓ ਅਖੀਰਲੀਆਂ ਪੰਕਤੀਆਂ ਪੜ੍ਹੀਏ, ਫਤਿਹ ਬੁਲਾਉਣੀ ਕਰੀਏ ਜੀ। ਪਰਉਪਕਾਰ ਹੇਤ ਸੋ ਦੇਤ, ਕਹੂੰ ਕਿਤ ਬਾਗ ਲਗੇਤ, ਨਹਿ ਸਮੀਪ ਰਾਖੈ ਗੋਸਾਈ, ਜਿਉ ਆਵਤ ਤਿਉ ਦੇਤ ਚਲਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।